ਜਗਬਾਣੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੰਦੀਪ ਲਾਦੂਕਾ। ਖੇਤੀ ਆਰਡੀਨੈਂਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਮਾਹੌਲ ਭਖਿਆ ਹੋਇਆ ਹੈ। ਕਿਸਾਨ ਲਗਾਤਾਰ ਸੜਕਾਂ ਤੇ ਨੇ। ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਚਾਹੇ ਹਰਿਆਣੇ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਸੜਕਾਂ ਤੇ ਉਤਰੇ ਹੋਏ ਨੇ ਕਿਸਾਨ। ਪਰ ਇਸ ਵੇਲੇ ਇਸ ਖੇਤੀਬਾੜੀ ਆਰਡੀਨੈਂਸ ਦੇ ਫੈਸਲਿਆਂ ਨੂੰ ਲੈ ਕੇ ਜਿੱਥੇ ਸੜਕਾਂ ਤੇ ਉਤਰੇ ਨੇ ਕਿਸਾਨ, ਉੱਥੇ ਇੱਕ ਵੱਡਾ ਮੋੜ ਸਾਹਮਣੇ ਆਇਆ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਟੈਂਡ ਬਦਲ ਰਿਹਾ ਹੈ। ਇਸ ਬਾਰੇ ਕੋਰ ਕਮੇਟੀ ਦੇ ਵਿੱਚ ਫੈਸਲਾ ਬਦਲ ਲਿਆ ਗਿਆ। ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਸ ਕਿਸੇ ਮੰਚ ਦੇ ਉੱਤੇ ਵੀ ਗੱਲ ਕੀਤੀ ਜਾਂਦੀ ਸੀ ਤਾਂ ਕਿਹਾ ਜਾਂਦਾ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਹੱਕ ਵਿੱਚ ਨੇ, ਉਹਨਾਂ ਦੇ ਪੱਖ ਵਿੱਚ ਨੇ। ਇਸ ਕਰਕੇ ਜੇ ਕੋਈ ਗੱਲ ਇਸ ਆਰਡੀਨੈਂਸ ਦੇ ਵਿੱਚ ਕਿਸਾਨਾਂ ਦੇ ਖਿਲਾਫ ਹੈ ਤੇ ਅਸੀਂ ਕੇਂਦਰ ਕੋਲ ਜਾ ਕੇ ਬਦਲਾ ਕੇ ਆਵਾਂਗੇ, ਇਸ ਗੱਲ ਦਾ ਦਾਅਵਾ ਕੀਤਾ ਜਾਂਦਾ ਸੀ। ਪਰ ਜਗਮੀਤ ਸਿੰਘ ਬਰਾੜ ਜਿਹੜੇ ਕਿ ਸੀਨੀਅਰ ਆਗੂ ਨੇ ਅਕਾਲੀ ਦਲ ਦੇ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਕਿ ਅਸੀਂ ਇਸ ਖੇਤੀਬਾੜੀ ਆਰਡੀਨੈਂਸ ਨੂੰ ਜਿਹੜੇ ਕਿ ਸਹੀ ਨਹੀਂ, ਵਾਜਬ ਨਹੀਂ, ਇਹਨਾਂ ਨੂੰ ਰਿਜੈਕਟ ਕਰਦੇ ਹਾਂ। ਤੇ ਇਹ ਫੈਸਲਾ ਉਹਨਾਂ ਨੇ ਕੋਰ ਕਮੇਟੀ ਦੇ ਵਿੱਚ ਲੈ ਲਿਆ। ਖੇਤੀ ਆਰਡੀਨੈਂਸਾਂ ਨੂੰ ਲੈ ਕੇ ਲਗਾਤਾਰ ਵਿਵਾਦ ਭਖਿਆ ਹੋਇਆ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੇ ਕਿ ਬੀਜੇਪੀ ਦੀ ਭਾਈਵਾਲ ਪਾਰਟੀ ਹੈ, ਇਸ ਕਰਕੇ ਉਹਨਾਂ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਸੀ ਲਗਾਤਾਰ ਕਿ ਆਖਿਰਕਾਰ ਜਿਹੜੇ ਕਿ ਕਿਸਾਨਾਂ ਦੇ ਵਿਰੋਧ ਵਿੱਚ ਆਰਡੀਨੈਂਸ ਨੇ ਉਹ ਫਿਰ ਵੀ ਕਿਉਂ ਭੁਗਤ ਰਹੇ ਨੇ। ਕੇਂਦਰ ਤੇ ਸਰਕਾਰ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ, ਜ਼ਿਕਰਯੋਗ ਹੈ ਕਿ 3 ਜੂਨ ਨੂੰ ਖੇਤੀਬਾੜੀ ਆਰਡੀਨੈਂਸ ਕੈਬਨਿਟ ਦੇ ਵਿੱਚ ਜਦੋਂ ਪੇਸ਼ ਕੀਤੇ ਜਾਂਦੇ ਆ, 5 ਜੂਨ ਨੂੰ ਇਹਨਾਂ ਨੂੰ ਮਨਜ਼ੂਰੀ ਵੀ ਮਿਲ ਜਾਂਦੀ ਹੈ ਰਾਸ਼ਟਰਪਤੀ ਵੱਲੋਂ ਤੇ ਆਉਂਦਿਆਂ 11 ਜੁਲਾਈ ਦੇ ਤੱਕ ਇਹਨਾਂ ਜਿਹੜੀਆਂ ਖੇਤੀਬਾੜੀ ਆਰਡੀਨੈਂਸ ਨੇ 3, ਇਹਨਾਂ ਨੂੰ ਨੋਟੀਫਿਕੇਸ਼ਨ ਵੀ ਆ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਹੈ। ਹੁਣ ਵੱਡੀ ਗੱਲ ਇਹ ਆ ਕਿ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਕਿਸਾਨ ਵਿਰੋਧੀ ਕਹਿ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ, ਜਿਹੜਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਾਂ ਵੱਖ-ਵੱਖ ਲੀਡਰਾਂ ਦੇ ਵੱਲੋਂ ਜੇ ਕਹਿ ਰਹੀ ਹੈ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਅਜੇ ਹਾਲ ਹੀ ਦੇ ਵਿੱਚ ਬਿਆਨ ਆਇਆ ਸੀ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਖਿਲਾਫ ਨਹੀਂ, ਇਸ ਕਰਕੇ ਇਹ ਆਰਡੀਨੈਂਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿਸਾਨਾਂ ਨੂੰ ਕਿਤੇ ਨਾ ਕਿਤੇ। ਤੇ ਸ਼੍ਰੋਮਣੀ ਅਕਾਲੀ ਦਲ ਇਸ ਬਿਆਨ ਦੇ ਉੱਤੇ ਅੜਿਆ ਹੋਇਆ ਸੀ, ਪਰ ਨਵਾਂ ਮੋੜ ਹੁਣ ਆ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਇਹ ਫੈਸਲਾ ਲੈ ਲਿਆ ਗਿਆ ਤੇ ਇਸ ਬਾਰੇ ਜਗਮੀਤ ਸਿੰਘ ਬਰਾੜ ਜਿਹੜੇ ਕਿ ਅਕਾਲੀ ਦਲ ਦੇ ਆਗੂ ਨੇ, ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਆਪਣੇ ਫੇਸਬੁੱਕ ਪੇਜ ਦੇ ਉੱਤੇ ਕਿ ਅਸੀਂ ਇਸ ਫੈਸਲੇ ਨੂੰ ਰਿਜੈਕਟ ਕਰਦੇ ਹਾਂ, ਖੇਤੀਬਾੜੀ ਆਰਡੀਨੈਂਸ ਨੂੰ ਰਿਜੈਕਟ ਕਰਦੇ ਹਾਂ। ਇਸ ਦੇ ਉੱਤੇ ਹੋਰ ਵੀ ਸਵਾਲ ਉੱਠੇ। ਮਾਰਾਂ ਦੇ ਵੱਲੋਂ ਵੀ ਲਗਾਤਾਰ ਇਸ ਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਕਿ ਆਰਡੀਨੈਂਸ ਦੇ ਨਾਲ ਖੁੱਲੀ ਮੰਡੀ ਕਰਨ ਦੇ ਨਾਲ ਕਾਰਪੋਰੇਟ ਸੈਕਟਰ ਨੂੰ ਹੈ ਜਿਹੜੀ ਖੇਤੀ ਦੇ ਉੱਤੇ ਕਿਤੇ ਨਾ ਕਿਤੇ ਕਬਜ਼ਾ ਕਰਨ ਦਾ ਰਾਹ ਖੁੱਲ੍ਹ ਜਾਵੇਗਾ, MSP ਖਤਮ ਹੋਣ ਦਾ ਵੀ ਕਿਤੇ ਨਾ ਕਿਤੇ ਰਾਹ ਖੁੱਲ੍ਹਦਾ ਹੈ। ਤੇ ਜਿਹੜੀਆਂ ਪੰਜਾਬ ਮੰਡੀ ਬੋਰਡ ਦੀ ਗੱਲ ਕੀਤੀ ਜਾ ਰਹੀ ਸੀ ਕਿ ਜਿੰਨੀਆਂ ਮੰਡੀਆਂ ਚਾਹੀਦੀਆਂ ਨੇ ਉਹ ਮੰਡੀਆਂ ਵੀ ਖਤਮ ਹੋਣ ਦੀ ਕਗਾਰ ਤੇ ਹੋਣਗੀਆਂ ਕਿਉਂਕਿ ਖੁੱਲੇ ਬਾਜ਼ਾਰ ਦੇ ਨਾਲ ਕਿਤੇ ਨਾ ਕਿਤੇ ਖੇਤੀਬਾੜੀ ਆਰਡੀਨੈਂਸ ਦੇ ਆਉਣ ਦੇ ਨਾਲ ਕਿਸਾਨਾਂ ਦੇ ਫਸਲਾਂ ਦਾ ਜਿਹੜਾ ਭਾਅ ਮਿਲ ਰਿਹਾ ਉਸ ਨੂੰ ਵੀ ਢਾਹ ਲੱਗੇਗੀ। 2 ਸਾਲਾਂ ਦੇ ਵਿੱਚ ਹੋ ਸਕਦਾ ਹੈ ਇਹ ਜਿਹੜਾ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਪ੍ਰਾਈਵੇਟ ਸੈਕਟਰ ਦੇ ਵੱਲੋਂ ਜਦੋਂ ਫਸਲ ਖਰੀਦੀ ਜਾਣੀ ਹੈ ਤੇ ਉਦੋਂ ਮੁੱਲ ਉਹਨਾਂ ਨੂੰ ਵਾਜਬ ਮਿਲ ਸਕਦਾ ਹੈ, ਪਰ ਅੱਗੇ ਜਾ ਕੇ ਪੰਜਾਬ ਮੰਡੀ ਬੋਰਡ ਦੇ ਖਤਮ ਹੋਣ ਦੇ ਨਾਲ ਸਰਕਾਰੀ ਖਰੀਦ ਹੈ ਜਿਹੜੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਉਸ ਦੀ ਵੀ ਗਰੰਟੀ ਖਤਮ ਹੋ ਜਾਵੇਗੀ। ਤੇ ਪਹਿਲਾਂ ਸੁਣਦੇ ਹਾਂ ਕਿ ਜਗਮੀਤ ਸਿੰਘ ਬਰਾੜ ਨੇ ਕੀ ਕਿਹਾ, ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। मेरे सत्कारयोग पंजाबी भैनों ते भराओ, देश का अन्नदाता खेत मजदूर, अज बड़ा तसल्ली दा और खुशी का मुकाम है कि श्रोमणी अकाली दल जिसने हमेशा पंजाब के किसान की लड़ाई और इस मिट्टी और इस धरती की लड़ी है 100 सालों के गौरवमय इतिहास विच अज अपनी कोर कमेटी की मीटिंग में यह फैसला किया कि जो 5 जून नूं भारत की सरकार ने एक एक्स्ट्रा ऑर्डिनेंस किसान मारू ऑर्डिनेंस लिया के जो असाधारण ऑर्डिनेंस नूं पेश किया उसनूं मुकम्मल तौर पे उत्तर प्रदेश ते राजस्थान दीयां किसान जथेबंदियां और देश की चिंता करने वाले, देश के हितां की चिंता करने वाले समूह लोगों के उन्हां दे जज्बात ते भावनावां दे मद्देनज़र यह फैसला किया है कि इन्हां ऑर्डिनेंसेस दे नाल पुनर्विचार भारत सरकार नूं करना चाहिए और इहनूं अकाली दल इस रूप विच रिजेक्ट करदा है जिस नाल पंजाब दी किसानी दा और कॉरपोरेट घराणियां दे सामने गिरवी होण दा एक जो खदशा है वो खदशा ही नहीं, कुछ अंकड़े भी विद्वानां ने और माहरां ने दिते हन। इस करके श्रोमणी अकाली दल इन ऑर्डिनेंसिस नूं रिजेक्ट करदा।
ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ 5 ਜੂਨ ਨੂੰ ਜਦੋਂ ਇਹ ਆਰਡੀਨੈਂਸ ਆਇਆ ਤਾਂ ਉਸ ਵੇਲੇ ਹੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦੇਸ਼ ਦੀ ਸ਼ਾਨ ਮਾਨਯੋਗ ਅਟਲ ਬਿਹਾਰੀ ਵਾਜਪਾਈ ਦੀ ਗੱਲ ਚੇਤੇ ਕਰਵਾਈ ਸੀ ਕਿ ਆਰਡੀਨੈਂਸਸ ਅਸਾਧਾਰਨ ਵਕਤਾਂ ਤੇ ਆਉਂਦੀਆਂ ਹਨ। ਅਗਰ 2014 ਤੋਂ ਲੈ ਕੇ 2020 ਤੱਕ ਅਗਰ ਅੰਕੜੇ ਕੱਢੇ ਜਾਣ ਤਾਂ ਹਿੰਦੁਸਤਾਨ ਦੇ ਅੰਦਰ ਸਰਕਾਰ ਨੇ 10 ਬਿੱਲਾਂ ਮਗਰ 4 ਐਕਸਟਰਾ ਆਰਡੀਨਰੀ ਆਰਡੀਨੈਂਸਸ ਜਾਰੀ ਕੀਤੀਆਂ ਹਨ, ਜਿਹੜੀ ਕਿ ਐਵਰੇਜ ਪਹਿਲਾਂ ਕੇਵਲ ਇੱਕ ਅੱਧਾ ਆਰਡੀਨੈਂਸ ਹੋਇਆ ਕਰਦਾ ਸੀ। ਉਹਦੇ ਉੱਪਰ ਵੀ ਮਾਨਯੋਗ ਰਾਸ਼ਟਰਪਤੀ ਆਪਣਾ ਕਮੈਂਟ ਦਿਆ ਕਰਦੇ ਸਨ, ਨੈਗੇਟਿਵ ਔਰ ਪੋਜ਼ਿਟਿਵ, ਔਰ ਉਹਦੀ ਅਪਰੂਵਲ ਬਹੁਤ ਸਕਰੂਟਨਾਈਜੇਸ਼ਨ ਕਰਨ ਤੋਂ ਬਾਅਦ ਕੀਤੀ ਜਾਂਦੀ ਸੀ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਫੈਸਲਾ ਅਤੀ ਸ਼ਲਾਘਾਯੋਗ ਹੈ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਮੁਬਾਰਕਬਾਦ ਦਿੰਦਾ ਔਰ ਪੰਜਾਬ ਦੇ ਕਿਸਾਨ ਨੂੰ ਜਿਨ੍ਹਾਂ ਲਈ 27-28 ਵਾਰ ਪੰਜਾਬ ਦੇ ਪਾਣੀਆਂ ਤੋਂ ਲੈ ਕੇ ਪੰਜਾਬ ਦੇ ਸਮੂਹ ਮੁੱਦਿਆਂ ਤੱਕ ਸੰਘਰਸ਼ ਕੀਤਾ ਹੈ, ਉਹਨਾਂ ਨਾਲ ਡਟ ਕੇ ਇਸ ਮੁੱਦੇ ਤੇ ਅਸੀਂ ਖੜਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣਿਆ ਕਿ ਜਗਮੀਤ ਸਿੰਘ ਬਰਾੜ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਉਹ ਦੱਸ ਰਹੇ ਨੇ ਕਿ ਕੋਰ ਕਮੇਟੀ ਦੇ ਵਿੱਚ ਅਸੀਂ ਫੈਸਲਾ ਲਿਆ ਕਿ ਇਹਨਾਂ ਖੇਤੀਬਾੜੀ ਆਰਡੀਨੈਂਸਾਂ ਨੂੰ ਰਿਜੈਕਟ ਕੀਤਾ ਜਾਂਦਾ ਹੈ। ਸਵਾਲ ਇੱਥੇ ਇਹ ਵੀ ਖੜਾ ਹੁੰਦਾ ਹੈ ਅਕਾਲੀ ਦਲ ਦੀ ਕਾਰਗੁਜ਼ਾਰੀ ਦੇ ਉੱਤੇ ਕਿ ਜਦੋਂ ਆਰਡੀਨੈਂਸ ਜੂਨ ਮਹੀਨੇ ਦੇ ਵਿੱਚ ਜਾਰੀ ਕੀਤੇ ਜਾਂਦੇ ਆ, ਜੁਲਾਈ ਮਹੀਨੇ ਦੇ ਵਿੱਚ ਆਉਂਦੇ ਚਾਹੇ ਕਿਸਾਨਾਂ ਦਾ ਵਿਰੋਧ ਨਾਲੋਂ ਨਾਲ ਚੱਲ ਰਿਹਾ ਸੀ, ਉਸ ਨੂੰ ਲੈ ਕੇ ਵੀ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਂਦਾ ਹੈ। ਤੇ ਪਿਛਲੇ 1-2 ਦਿਨਾਂ ਤੋਂ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੇਂਦਰੀ ਮੰਤਰੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੋਂ ਤੱਕ ਬਿਆਨ ਦਿੱਤੇ ਜਾਂਦੇ ਆ ਕਿ ਇਹਨਾਂ ਆਰਡੀਨੈਂਸਾਂ ਦੇ ਵਿੱਚ ਕੁਝ ਵੀ ਕਿਸਾਨਾਂ ਦੇ ਖਿਲਾਫ ਨਹੀਂ ਹੈ। ਤਾਂ ਫਿਰ ਸਵਾਲ ਇਹ ਖੜਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਹੁਣ ਕਿਉਂ ਬਦਲਿਆ, ਇਹਨਾਂ ਨੂੰ ਰਿਜੈਕਟ ਕਰਨ ਦੀ ਹੁਣ ਗੱਲ ਕਿਉਂ ਕਹੀ ਹੈ? ਕਿ ਕਿਸਾਨਾਂ ਦੇ ਨਾਲੋਂ ਵੀ ਜ਼ਿਆਦਾ ਸਮਝ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਨਹੀਂ ਹੈ, ਜ਼ਿਆਦਾ ਲੇਟ ਸਮਝ ਆਈ ਹੈ? ਇਹ ਵੀ ਬਹੁਤ ਵੱਡਾ ਸਵਾਲ ਹੈ ਤੇ ਇਸ ਦੀ ਸਵਾਲ ਦਾ ਜਵਾਬ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਿਆਦਾ ਵਧੀਆ ਤਰੀਕੇ ਨਾਲ ਦੇ ਸਕਦੇ ਆ, ਜਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ। ਉਹਨਾਂ ਨੂੰ ਸਵਾਲ ਜਦੋਂ ਇਹ ਕੀਤਾ ਜਾਣਾ ਹੈ ਤੇ ਉਦੋਂ ਪਤਾ ਲੱਗੇਗਾ ਕਿ ਉਹਨਾਂ ਦਾ ਜਵਾਬ ਕੀ ਹੁੰਦਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਇਹੀ ਸਟੈਂਡ ਲਿਆ ਕਿ ਅਸੀਂ ਕੁਝ ਵੀ ਖੇਤੀਬਾੜੀ ਆਰਡੀਨੈਂਸਾਂ ਦੇ ਵਿੱਚ ਕਿਸਾਨਾਂ ਦੇ ਖਿਲਾਫ ਨਹੀਂ ਹੈ। ਲਗਾਤਾਰ ਉਹਨਾਂ ਨੇ ਇਸ ਗੱਲ ਦੇ ਉੱਤੇ ਅੜੇ ਰਹੇ, ਪਰ ਹੁਣ ਤੁਸੀਂ ਸੁਣਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਖੇਤੀਬਾੜੀ ਆਰਡੀਨੈਂਸਾਂ ਨੂੰ ਅਸੀਂ ਰਿਜੈਕਟ ਕਰਦੇ ਹਾਂ। ਇਹ ਬਹੁਤ ਵੱਡਾ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਖਰਕਾਰ ਕਿਸਾਨਾਂ ਦੇ ਰੋਸ ਨੂੰ ਵੀ ਵੇਖਿਆ ਹੋਣਾ ਹੈ, ਕਿਉਂਕਿ 2022 ਦੇ ਵਿੱਚ ਚੋਣਾਂ ਹੋਣੀਆਂ ਤੇ ਇਸ ਦਾ ਵੀ ਵੱਡਾ ਅਸਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਪੈ ਸਕਦਾ ਸੀ। ਇਸ ਨੂੰ ਹੋ ਸਕਦਾ ਹੈ ਲੈ ਕੇ ਵੀ ਫੈਸਲਾ ਕਿਤੇ ਨਾ ਕਿਤੇ ਵਿਚਾਰਿਆ ਗਿਆ ਹੋਵੇ, ਬਦਲਿਆ ਗਿਆ ਹੋਵੇ, ਜਾਂ ਕੋਰ ਕਮੇਟੀ ਦੇ ਵਿੱਚ ਬਾਕੀ ਮੈਂਬਰ ਅਕਾਲੀ ਦਲ ਦੇ ਪਹਿਲਾਂ ਚਾਹੁੰਦੇ ਸੀ ਜਾਂ ਨਹੀਂ ਚਾਹੁੰਦੇ ਸੀ ਕਿ ਖੇਤੀਬਾੜੀ ਆਰਡੀਨੈਂਸ ਕਿਸਾਨਾਂ ਦੇ ਹੱਕ ਵਿੱਚ ਨੇ ਜਾਂ ਉਹਨਾਂ ਦਾ ਨੁਕਸਾਨ ਕਰਨਗੇ। ਇਸ ਨੂੰ ਲੈ ਕੇ ਵੀ ਜਿਹੜੀ ਚਰਚਾ ਛਿੜਦੀ ਹੋਣੀ ਹੈ ਅੰਦਰ, ਤਾਂ ਹੀ ਇਹ ਫੈਸਲਾ ਬਾਹਰ ਨਿਕਲ ਕੇ ਆਇਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਅਸੀਂ ਫੋਨ ਲਾਈਨ ਤੇ ਲੈ ਸਕੀਏ ਤਾਂ ਕਿ ਉਹਨਾਂ ਤੋਂ ਜਾਣ ਸਕੀਏ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਅੱਜ ਸਟੇਟਮੈਂਟ ਕੀ ਹੈ। ਕੋਰ ਕਮੇਟੀ ਦੇ ਵਿੱਚ ਫੈਸਲਾ ਤਾਂ ਹੋ ਗਿਆ ਪਰ ਉਹਨਾਂ ਵੱਲੋਂ ਕੋਈ ਵੀ ਬਿਆਨ ਅਜੇ ਤੱਕ ਸਾਹਮਣੇ ਨਹੀਂ ਆਇਆ ਇਸ ਨੂੰ ਲੈ ਕੇ। ਤੇ ਤੁਸੀਂ ਦੇਖਿਆ ਕਿ ਖੇਤੀਬਾੜੀ ਆਰਡੀਨੈਂਸ ਜਿਹੜੇ ਕਿ ਜੂਨ ਮਹੀਨੇ ਦੇ ਵਿੱਚ ਜਾਰੀ ਹੁੰਦੇ ਆ, ਉਸ ਦੇ ਵਿੱਚ 55 ਸਾਲ ਇੱਕ ਜ਼ਰੂਰੀ ਵਸਤਾਂ ਬਾਰੇ ਕਾਨੂੰਨ ਹੈ 1955 ਦਾ 65 ਦਾ 55 ਸਾਲ ਪੁਰਾਣਾ ਕਾਨੂੰਨ, ਉਸ ਦੇ ਵਿੱਚ ਵੀ ਸੋਧ ਕੀਤੀ ਜਾਂਦੀ ਹੈ। ਤੇ ਮੇਰੇ ਨਾਲ ਫੋਨ ਲਾਈਨ ਤੇ ਖੇਤੀਬਾੜੀ ਪੱਤਰਕਾਰ ਸਰਬਜੀਤ ਸਿੰਘ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਫੈਸਲਾ ਬਦਲਿਆ ਆਪਣਾ, ਉਸ ਨੂੰ ਉਹ ਕਿਵੇਂ ਦੇਖਦੇ ਆ। ਸਰਬਜੀਤ, ਮੇਰੀ ਆਵਾਜ਼ ਸੁਣ ਪਾ ਰਹੇ ਹੋ ਤਾਂ ਦੱਸੋ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ 'ਚ ਜਿਹੜਾ ਫੈਸਲਾ ਬਦਲਿਆ, ਖੇਤੀਬਾੜੀ ਆਰਡੀਨੈਂਸ ਰਿਜੈਕਟ ਕੀਤੇ ਆ, ਇਸ ਦੇ ਮਾਇਨੇ ਕੀ ਹੋ ਸਕਦੇ ਆ? ਹਾਂਜੀ ਸੰਦੀਪ, ਇਹ ਗੱਲ ਸੁਣ ਕੇ ਬੜਾ ਅਚੰਭਾ ਹੁੰਦਾ ਹੈ ਕਿ ਜਦੋਂ ਤੋਂ ਆਰਡੀਨੈਂਸ ਜਾਰੀ ਹੋਏ ਹੈ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਹੀ ਹੈ ਕਿ ਆਰਡੀਨੈਂਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਜਦੋਂ ਸਰਬਦਲੀ ਮੀਟਿੰਗ ਹੋਈ ਸੀ ਉਦੋਂ ਚਾਹੇ ਸਾਰੀਆਂ ਪਾਰਟੀਆਂ ਇੱਕ ਪਾਸੇ ਸੀਗੀਆਂ ਕਿ ਜੋ ਆਰਡੀਨੈਂਸ ਹੈ ਇਹਨਾਂ ਨੂੰ ਰੱਦ ਕੀਤਾ ਜਾਵੇ ਤਾਂ ਜੋ ਜਿਹੜਾ ਕਿਸਾਨ ਵਿਰੋਧੀ ਜੋ ਫੈਸਲੇ ਸਰਕਾਰ ਕੇਂਦਰ ਸਰਕਾਰ ਲੈ ਰਹੀ ਹੈ ਉਹਨਾਂ ਦਾ ਵਿਰੋਧ ਕਰਕੇ ਕਿਸਾਨਾਂ ਦਾ ਸਾਥ ਦਿੱਤਾ ਜਾਵੇ। ਪਰ ਉਸ ਸਮੇਂ ਵੀ ਸੁਖਬੀਰ ਬਾਦਲ ਸਾਹਿਬ ਨੇ ਇਹੀ ਕਿਹਾ ਸੀਗਾ ਕਿ ਆਰਡੀਨੈਂਸ ਇਹਨਾਂ ਨੇ ਧਿਆਨ ਨਾਲ ਚੰਗੀ ਤਰ੍ਹਾਂ ਪੜ੍ਹੇ ਨਹੀਂ, ਜੇਕਰ ਪੜ੍ਹਿਆ ਹੁੰਦਾ ਤਾਂ ਇਹਨਾਂ ਨੂੰ ਪਤਾ ਚੱਲ ਜਾਂਦਾ ਕਿ ਆਰਡੀਨੈਂਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ, ਕੁਝ ਵੀ ਕਿਸਾਨ ਵਿਰੋਧੀ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸਾਨਾਂ ਲਈ ਕੁਰਬਾਨੀ ਦੇਣ ਨੂੰ ਤਿਆਰ ਹੈ ਜੇਕਰ ਇਹ ਜਿਹੜੇ ਆਰਡੀਨੈਂਸ ਹੈ ਉਹ ਕਿਸਾਨ ਵਿਰੋਧੀ ਹੋਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਵੀ ਸ਼ਬਦ MSP ਦੇ ਵਿਰੁੱਧ ਨਹੀਂ ਹੈ।
ਐਮਐਸਪੀ ਦੇ ਵਿਰੁੱਧ ਸ਼ਬਦ ਹੋ ਵੀ ਨਹੀਂ ਸਕਦਾ, ਕਿਉਂਕਿ ਐਮਐਸਪੀ ਆਪਣੇ ਆਪ ਦੇ ਵਿੱਚ ਕੋਈ ਕਾਨੂੰਨ ਨਹੀਂ ਹੈ। ਐਮਐਸਪੀ ਆਪਣੇ ਆਪ ਦੇ ਵਿੱਚ ਕੋਈ ਹੁਣ ਖੇਤੀਬਾੜੀ ਮੰਤਰੀ ਦੁਆਰਾ ਕਈ ਗੱਲ ਨਹੀਂ ਹੈ ਜਿਹੜੀ ਕਿ ਪੱਥਰ ਤੇ ਲਕੀਰ ਹੋਊਗੀ। ਐਮਐਸਪੀ ਸਰਕਾਰੀ ਖਰੀਦ ਤੇ ਨਿਰਭਰ ਕਰਦੀ ਹੈ ਤੇ ਇਹਨਾਂ ਆਰਡੀਨੈਂਸਾਂ ਦੇ ਵਿੱਚ ਸ਼ਰੇਆਮ ਕਿਹਾ ਗਿਆ ਹੈ ਕਿ ਸਰਕਾਰੀ ਖਰੀਦ ਜਿਹੜੀ ਆ ਉਹ ਬੰਦ ਹੋਊਗੀ ਤੇ ਜਿਹੜੀ ਨਿੱਜੀਕਰਨ ਹੈ, ਜਿਹੜੇ ਪ੍ਰਾਈਵੇਟ ਖਰੀਦ ਆ ਉਸ ਨੂੰ ਤਰਜੀਹ ਦਿੱਤੀ ਜਾਊਗੀ। ਜੀ ਸਰਬਜੀਤ, ਸਰਕਾਰੀ ਖਰੀਦ ਨੂੰ ਸੀਮਿਤ ਕਰਨ ਦੀ ਗੱਲ ਵੀ ਕਹੀ ਗਈ ਹੈ, ਪਰ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬਦਲਣਾ, ਕੋਰ ਕਮੇਟੀ ਦੇ ਵਿੱਚ ਫੈਸਲੇ ਦੇ ਵਿੱਚ ਖੇਤੀਬਾੜੀ ਆਰਡੀਨੈਂਸ ਨੂੰ ਰਿਜੈਕਟ ਕਰਨਾ, ਕੀ ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਜਾਂ ਆਗਾਮੀ ਚੋਣਾਂ ਨੂੰ ਦੇਖਦਿਆਂ ਕਿਤੇ ਨਾ ਕਿਤੇ ਫੈਸਲਾ ਲਿਆ ਗਿਆ? ਕਿਉਂਕਿ ਜਿਵੇਂ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇੱਕੋ ਗੱਲ ਦੀ ਰੱਟ ਲਗਾਈ ਹੋਈ ਸੀ ਹੁਣ ਤੱਕ ਕਿ ਇਸ ਦੇ ਵਿੱਚ ਕੁਝ ਵੀ ਕਿਸਾਨਾਂ ਦੇ ਖਿਲਾਫ ਨਹੀਂ ਹੈ, ਤਾਂ ਫਿਰ ਉਹਨਾਂ ਦੀ ਹੀ ਪਾਰਟੀ ਜਦੋਂ ਕੋਰ ਕਮੇਟੀ ਦੇ ਵਿੱਚ ਫੈਸਲਾ ਬਦਲਦੀ ਹੈ, ਖੇਤੀਬਾੜੀ ਆਰਡੀਨੈਂਸਾਂ ਨੂੰ ਰਿਜੈਕਟ ਕਰਦੀ ਹੈ, ਤਾਂ ਤੁਹਾਨੂੰ ਇਹ ਕਿਵੇਂ ਲੱਗਦਾ ਹੈ ਕਿ ਆਖਰਕਾਰ ਹੁਣ ਵੀ ਪ੍ਰਧਾਨ ਦੇ ਮਸਲੇ ਦੇ ਵਿੱਚ ਧਿਆਨ ਦੇ ਵਿੱਚ ਇਹ ਮਸਲਾ ਹੈ ਕਿ ਨਹੀਂ ਹੈ? ਕਿਉਂਕਿ ਉਹਨਾਂ ਵੱਲੋਂ ਅਜੇ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਹੁਣ ਵੀ ਹੱਕ ਵਿੱਚ ਬੋਲ ਰਹੇ ਆ ਕਿ ਵਿਰੋਧ ਵਿੱਚ ਨੇ। ਪਿੱਛੇ ਜਦੋਂ ਹਰਸਿਮਰਤ ਕੌਰ ਬਾਦਲ ਨੇ ਇਹ ਗੱਲ ਕਹੀ ਸੀ ਕਿ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹੈ, ਜੋ ਗਵਾਂਢੀ ਆਪਣਾ ਸੂਬਾ ਹਰਿਆਣਾ, ਉਸ ਦੇ ਕਿਸਾਨ ਕਿਉਂ ਚੁੱਪ ਨੇ, ਉਸ ਦੇ ਕਿਸਾਨਾਂ ਨੂੰ ਤਾਂ ਇਹ ਆਰਡੀਨੈਂਸ ਬਹੁਤ ਵਧੀਆ ਲੱਗੇ, ਇਸ ਲਈ ਉਹਨਾਂ ਨੇ ਤਾਂ ਕੋਈ ਰੋਸ ਮੁਜ਼ਾਹਰਾ ਜਾਂ ਇਹੋ ਜਿਹਾ ਕੋਈ ਮਤਲਬ ਧਰਨਾ ਨਹੀਂ ਲਗਾਇਆ। ਪਰ ਆਪਾਂ ਬੀਤੇ ਦਿਨ ਦੇਖ ਸਕਦੇ ਹਾਂ ਕਿ ਸਭ ਤੋਂ ਵੱਡਾ ਧਰਨਾ ਹਰਿਆਣੇ ਦਿੱਲੀ ਰੋਡ ਦੇ ਉੱਤੇ ਲੱਗਿਆ, ਜਿੱਥੋਂ ਪਤਾ ਲੱਗਿਆ ਕਿ ਕਿਸਾਨ ਪੰਜਾਬ ਤੇ ਹਰਿਆਣੇ ਦੇ ਇਕੱਠੇ ਨੇ, ਉਹਨਾਂ ਨੂੰ ਆਰਡੀਨੈਂਸ ਨਹੀਂ ਚੰਗੇ ਲੱਗੇ। ਤਾਂ ਹੁਣ ਇਹ ਮਾਹੌਲ ਨੂੰ ਬਦਲਦਿਆਂ ਦੇਖ ਕੇ ਆਪਾਂ ਦੇਖ ਸਕਦੇ ਹਾਂ ਕਿ ਮਾਨਸੂਨ ਦਾ ਪਾਰਲੀਮੈਂਟ ਸੈਸ਼ਨ 14 ਤੋਂ ਸ਼ੁਰੂ ਹੋਣਾ ਤੇ 14-15 ਦਾ ਉਸ ਤੋਂ ਬਾਅਦ ਲਗਾਤਾਰ ਕਿਸਾਨ ਧਰਨੇ ਲਾਉਣਗੇ। ਤਾਂ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਲੱਗੇ ਕਿ ਕਿਸਾਨ ਜਾਗ ਚੁੱਕੇ ਹੈ ਤੇ ਹੁਣ ਇਹ ਜਿਹੜੇ ਆਰਡੀਨੈਂਸ ਹੈ, ਸਾਨੂੰ ਆਪਣਾ ਇਸ ਦੇ ਉੱਤੇ ਜੋ ਫੈਸਲਾ ਲਿੱਤਾ ਗਿਆ ਸੀ ਕਿ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹੈ, ਉਹਨਾਂ ਨੂੰ ਬਦਲ ਲੈਣਾ ਚਾਹੀਦਾ ਹੈ, ਕਿਸਾਨਾਂ ਦੇ ਨਾਲ ਖੜਨਾ ਚਾਹੀਦਾ। ਮਤਲਬ ਸਮਾਂ ਆਉਣ ਦੇ ਉੱਤੇ ਆਪਣੇ ਜਿਹੜੇ ਫੈਸਲੇ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਸੀ ਉਹ ਕਿਸਾਨਾਂ ਦੇ ਹਿਸਾਬ ਨਾਲ, ਇਹਨਾਂ ਦੀਆਂ ਮੰਗਾਂ ਦੇ ਹਿਸਾਬ ਨਾਲ ਵੀ ਅਸੀਂ ਹੁਣ ਇਹਨਾਂ ਨੇ ਕਾਂਗਰਸ ਵਿਰੋਧੀ ਗੱਲਾਂ ਕਰਨੀਆਂ, ਇਹ ਕਾਂਗਰਸ ਇਹਨਾਂ ਦੀ ਗੱਲ ਨਹੀਂ ਮੰਨਦੀ ਜਾਂ ਸਮਥਿੰਗ ਇਹੋ ਜਿਹੀਆਂ ਗੱਲਾਂ ਕਰਨਗੇ, ਤਾਂ ਕਰਕੇ ਇਹਨਾਂ ਨੇ ਆਪਣਾ ਲੋੜ ਪੈਣ ਦੇ ਉੱਤੇ ਫੈਸਲਾ ਜਿਹੜਾ ਉਹ ਬਦਲ ਲਿਆ। ਹੋ ਸਕਦਾ ਅੱਗੇ ਵੀ ਫੈਸਲਾ ਇਹ ਬਦਲ ਲੈਣ, ਕਿਉਂਕਿ 3 ਮਹੀਨੇ ਆਰਡੀਨੈਂਸ ਆਏ ਨੂੰ ਹੋ ਗਏ ਤੇ 3 ਮਹੀਨਿਆਂ ਬਾਅਦ ਅੱਜ ਇਹਨਾਂ ਨੂੰ ਲੱਗ ਰਿਹਾ ਹੈ ਕਿ ਆਰਡੀਨੈਂਸ ਕਿਸਾਨ ਵਿਰੋਧੀ ਹੈ। 3 ਮਹੀਨੇ ਲਗਾਤਾਰ ਕੁਝ ਨਹੀਂ ਲੱਗਿਆ, ਹੁਣ ਕਿਸਾਨਾਂ ਦਾ ਇਕੱਠ ਦੇਖ ਕੇ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੁਆਰਾ ਬਦਲਿਆ ਗਿਆ ਹੈ। ਜੀ ਸਰਬਜੀਤ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਜੇਕਰ ਕਿਸੇ ਕਿਸਾਨ ਆਗੂ ਨਾਲ ਤੁਹਾਡੀ ਗੱਲ ਹੁੰਦੀ ਹੈ, ਤੁਸੀਂ ਜਾਣਕਾਰੀ ਉਹਨਾਂ ਤੋਂ ਪ੍ਰਾਪਤ ਕਰੋ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿਰਫ ਕੋਰ ਕਮੇਟੀ ਦੇ ਵਿੱਚ ਇਸ ਤਰ੍ਹਾਂ ਵੀਡੀਓ ਜਾਰੀ ਕਰਕੇ ਹੀ ਉਹਨਾਂ ਨੇ ਫੈਸਲਾ ਸੁਣਾਇਆ ਜਾਂ ਉਹਨਾਂ ਨਾਲ ਗੱਲ ਵੀ ਕੀਤੀ ਹੈ ਕਿਸਾਨ ਆਗੂਆਂ ਨਾਲ। ਜਿਸ ਸੰਬੰਧੀ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਹੈ ਤੇ ਮੇਰੇ ਨਾਲ ਦੁਬਾਰਾ ਜੁੜਿਓ ਫੋਨ ਲਾਈਨ ਤੇ। ਹਾਂਜੀ ਜ਼ਰੂਰ ਜੀ, ਸ਼ੁਕਰੀਆ ਸਰਬਜੀਤ। ਤਾਂ ਇਹ ਸਨ ਸਾਡੇ ਨਾਲ ਖੇਤੀਬਾੜੀ ਪੱਤਰਕਾਰ ਸਰਬਜੀਤ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਔਰ ਅਸੀਂ ਇਸ ਵੇਲੇ ਜਗਬਾਣੀ ਦੇ ਉੱਤੇ ਤੁਹਾਨੂੰ ਵੱਡੀ ਖਬਰ ਦੱਸ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੇ ਵਿੱਚ ਫੈਸਲਾ ਬਦਲ ਲਿਆ ਹੈ। ਉਸ ਨੂੰ ਲੈ ਕੇ ਖੇਤੀਬਾੜੀ ਆਰਡੀਨੈਂਸ ਨੇ ਜਿਹੜੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਕੋਰ ਕਮੇਟੀ ਦੇ ਵਿੱਚ। ਇਸ ਦੀ ਜਾਣਕਾਰੀ ਜਗਮੀਤ ਸਿੰਘ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਦੇ ਫੇਸਬੁੱਕ ਅਕਾਊਂਟ ਦੇ ਉੱਤੇ ਜਾਰੀ ਕਰਕੇ ਇੱਕ ਵੀਡੀਓ ਉੱਥੇ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਹੈ। ਔਰ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਇੱਥੇ ਫਿਰ ਦਰਸ਼ਕ ਜਿਹੜੇ ਨਵੇਂ ਜੁੜ ਚੁੱਕੇ ਆ। ਹਾਲਾਂਕਿ ਖੇਤੀਬਾੜੀ ਆਰਡੀਨੈਂਸ ਦਾ ਮਸਲਾ ਬਹੁਤ ਜਿਹੜਾ ਕੀ ਹੈ ਜੂਨ ਤੋਂ ਹੀ ਭੱਗ ਗਿਆ ਸੀ, 3 ਜੂਨ ਨੂੰ ਜਾਰੀ ਹੁੰਦੇ ਆ ਜਦੋਂ ਖੇਤੀਬਾੜੀ ਆਰਡੀਨੈਂਸ, ਤੇ ਸਾਰੇ ਇਸ ਆਰਡੀਨੈਂਸ ਤੋਂ ਜਾਣੂ ਹੈ। ਪਰ ਫਿਰ ਵੀ ਇੱਥੇ ਦੱਸਣਾ ਚਾਹੁੰਦੇ ਆ ਕਿ ਫਿਰ ਵੀ ਕਿਸੇ ਨੂੰ ਜੇ ਆਰਡੀਨੈਂਸ ਬਾਰੇ ਨਹੀਂ ਜਾਣਕਾਰੀ ਤਾਂ 3 ਆਰਡੀਨੈਂਸ ਜਿਹੜੇ ਕਿ ਖੇਤੀਬਾੜੀ ਦੇ ਨਾਲ ਜੁੜੇ ਹੋਏ ਮੁੱਦੇ ਨੂੰ ਲੈ ਕੇ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਪੁਰਾਣਾ ਜਿਹੜਾ 55 ਸਾਲ ਕਾਨੂੰਨ ਸੀ ਜ਼ਰੂਰੀ ਵਸਤਾਂ ਬਾਰੇ ਕਾਨੂੰਨ 1965, ਉਸ ਨੂੰ ਦੇ ਵਿੱਚ ਵੀ ਬਦਲਾਅ ਕੀਤਾ ਗਿਆ। ਜ਼ਰੂਰੀ ਵਸਤਾਂ ਸੀ ਜਿਹੜੀਆਂ ਅਸੈਂਸ਼ੀਅਲ ਕੋਮੋਡਿਟੀਜ਼ ਜਿਹਨੂੰ ਕਿਹਾ ਜਾਂਦਾ, ਉਸ ਦੇ ਵਿੱਚੋਂ ਆਲੂ, ਪਿਆਜ਼, ਸਬਜ਼ੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਜਾਂ ਕਿ ਉਹਨਾਂ ਦੇ ਭੰਡਾਰਨ ਦੀ ਖੁੱਲ੍ਹ ਦਿੱਤੀ ਗਈ ਕਿ ਕਾਰਪੋਰੇਟ ਸੈਕਟਰ ਜੇ ਉਹਨਾਂ ਨੂੰ ਖਰੀਦਦਾ ਹੈ ਤਾਂ ਖੁੱਲ੍ਹੇ ਤੌਰ ਦੇ ਉੱਤੇ ਉਸ ਦਾ ਭੰਡਾਰਨ ਕਰ ਸਕਦਾ ਹੈ ਤੇ ਉਸ ਨੂੰ ਵੇਚਣ ਦੀ ਜਾਂ ਸਟੋਰ ਕਰਨ ਦੀ ਸਮਰੱਥਾ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ। ਇੱਕ ਇੱਥੇ ਵੱਡਾ ਹੋਰ ਫੈਸਲਾ ਇਹ ਕੀਤਾ ਗਿਆ ਕਿ ਖੁੱਲ੍ਹੀ ਮੰਡੀ ਹੈ, ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਕਿਸੇ ਵੀ ਕੋਨੇ ਦੇ ਵਿੱਚ ਕਿਸਾਨ ਆ ਜਿਹੜੀ ਆਪਣੀ ਫਸਲ ਵੇਚ ਸਕਦੇ ਆ। ਪਰ ਉੱਥੇ ਸਵਾਲ ਮਾਹਰਾਂ ਨੇ ਇਹ ਖੜਾ ਕੀਤਾ ਕਿ 86% ਦੀ ਕਿਸਾਨੀ ਪੰਜਾਬ ਦੇ ਵਿੱਚ ਉਹ ਹੈ ਜਿਨ੍ਹਾਂ ਕੋਲ ਆਪਣੀ ਜ਼ਮੀਨ ਦਾ ਟੁਕੜਾ ਬਹੁਤ ਛੋਟਾ ਹੈ, ਉਹਨਾਂ ਨੂੰ ਆਪਣੀ ਫਸਲ ਨਾਲ ਦੇ ਨਾਲ ਹੀ ਕਿਸੇ ਮੰਡੀ ਦੇ ਵਿੱਚ ਵੇਚਣੀ ਪੈਂਦੀ ਹੈ, ਜਿਸ ਕਰਕੇ ਉਹ ਆਪਣੇ ਆਉਣ ਵਾਲੀਆਂ ਫਸਲਾਂ ਦੀ ਬਿਜਾਈ ਕਰਦੇ ਆ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਆ ਤੇ ਜਿਸ ਦੇ ਨਾਲ ਨਾਲ ਹੀ ਅੰਨਦਾਤਾ ਹੋਣ ਦੇ ਨਾਤੇ ਪੂਰੇ ਦੇਸ਼ ਦਾ, ਪੂਰੀ ਦੁਨੀਆ ਦੇ ਵਿੱਚ ਅਨਾਜ
ਪੈਦਾ ਕਰਦੇ ਆ ਤੇ ਫਿਰ ਭੇਜਿਆ ਜਾਂਦਾ ਹੈ। ਇਸ ਨੂੰ ਲੈ ਕੇ ਵੀ ਇੱਕ ਫੈਸਲਾ ਵੱਡਾ ਇਹ ਕੀਤਾ ਗਿਆ ਕਿ ਜੇਕਰ ਫਸਲ ਕੋਈ ਖਰੀਦੀ ਜਾਂਦੀ ਹੈ, ਜੇ ਕੋਈ ਖਰੀਦਣਾ ਚਾਹੁੰਦਾ ਹੈ ਤੇ ਉਸਦੇ ਕੋਲ ਸਿਰਫ ਪੈਨ ਕਾਰਡ ਹੋਣਾ ਚਾਹੀਦਾ, ਹੋਰ ਕੋਈ ਵੀ ਸ਼ਰਤ ਨਹੀਂ ਹੋਵੇਗੀ, ਤਾਂ ਕੋਈ ਵੀ ਬੰਦਾ ਜਿਹੜਾ ਉਹ ਜਿਸ ਕੋਲ ਕੋਈ ਆਪਣੀ ਸ਼ਕਤੀ ਹੈ ਖਰੀਦਣ ਦੀ, ਉਹ ਖਰੀਦ ਸਕਦਾ ਹੈ ਕਿਸਾਨਾਂ ਦੀਆਂ ਜਿਨਸਾਂ ਨੂੰ। ਇੱਥੇ ਜ਼ਿਕਰਯੋਗ ਹੈ ਕਿ 23 ਫਸਲਾਂ ਨੇ ਤਕਰੀਬਨ ਜਿਨ੍ਹਾਂ ਦੇ ਉੱਤੇ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਗਿਆ, ਪਰ ਉਹਨਾਂ ਦੇ ਵਿੱਚੋਂ ਕੇਵਲ 2 ਫਸਲਾਂ ਨੇ ਜਿਹੜੀਆਂ ਕਿ ਝੋਨਾ ਤੇ ਕਣਕ, ਜਿਸ ਦੇ ਵਿੱਚੋਂ ਪੰਜਾਬ ਤੇ ਹਰਿਆਣਾ ਸੂਬੇ ਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਖਰੀਦ ਕੀਤੀ ਜਾਂਦੀ ਹੈ, ਸਰਕਾਰੀ ਖਰੀਦ। ਪਰ ਖੇਤੀਬਾੜੀ ਆਰਡੀਨੈਂਸ ਦੇ ਲਾਗੂ ਹੋਣ ਦੇ ਨਾਲ ਇਸ ਖਰੀਦ ਦੇ ਸਰਕਾਰੀ ਖਰੀਦ ਦੇ ਉੱਤੇ ਕੱਟ ਲੱਗਣਾ ਸੀ, ਸੁਭਾਵਕ ਸੀ, ਕਿਉਂਕਿ ਇਸ ਦਾ ਵੀ ਜ਼ਿਕਰ ਕੀਤਾ ਗਿਆ, ਮਾਹਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਤੇ ਇਸੇ ਕਰਕੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਲਗਾਤਾਰ ਸੜਕਾਂ ਤੇ ਨੇ। ਜੇਲ੍ਹ ਭਰੋ ਅੰਦੋਲਨ ਵੀ ਕੀਤਾ ਗਿਆ ਤੇ ਉਹ ਅੰਦੋਲਨ ਅਜੇ ਵੀ ਪੰਜਾਬ ਤੇ ਹਰਿਆਣੇ ਦੇ ਵਿੱਚ ਜਾਰੀ ਹੈ। ਪਿਛਲੇ ਦਿਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਤਸਵੀਰਾਂ ਦੇਖਣ ਨੂੰ ਮਿਲੀਆਂ ਸਾਨੂੰ ਕਿ ਜਦੋਂ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਤੱਕ ਵੀ ਕੀਤਾ ਗਿਆ, ਕਿਉਂਕਿ ਹਰਿਆਣੇ ਦੇ ਵਿੱਚ ਬੀਜੇਪੀ ਹੈ ਜਿਹੜੀ ਉਹ ਸੱਤਾ ਦੇ ਵਿੱਚ ਹੈ, ਪਰ ਪੰਜਾਬ ਦੇ ਵਿੱਚ ਕਾਂਗਰਸ ਸੱਤਾ ਦੇ ਵਿੱਚ ਹੋਣ ਕਰਕੇ ਇੱਕ ਰੋਜ਼ਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚਲਾਇਆ ਗਿਆ, ਉਸ ਵਿੱਚ ਵੀ ਜਿਹੜੇ ਹੈ ਬਦਲਾਅ ਕੀਤੇ, ਜਿਹੜਾ ਕਿ ਮਤਾ ਪਾਸ ਕੀਤਾ ਗਿਆ ਖੇਤੀਬਾੜੀ ਆਰਡੀਨੈਂਸਾਂ ਦੇ ਖਿਲਾਫ। ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਿੱਸਾ ਨਹੀਂ ਲਿਆ ਸੀ, ਪਰ ਜਿਹੜੀਆਂ ਦੂਜੀਆਂ ਪਾਰਟੀਆਂ ਸੀ ਜਿਸ ਦੇ ਵਿੱਚੋਂ ਆਮ ਆਦਮੀ ਪਾਰਟੀ ਖਾਸ ਤੌਰ ਤੇ, ਉਹਨਾਂ ਨੇ ਵੀ ਸਮਰਥਨ ਕੀਤਾ ਸੀ। ਇੱਕ ਰੋਜ਼ਾ ਜਿਹੜਾ ਕਿ ਸੈਸ਼ਨ ਬੁਲਾਇਆ ਗਿਆ ਸੀ ਵਿਧਾਨ ਸਭਾ ਦਾ, ਉਸ ਨੂੰ ਲੈ ਕੇ ਵੀ ਕੀਤਾ। ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਟੈਂਡ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਬਦਲਿਆ ਹੈ, ਉਸ ਦੇ ਕੀ ਮਾਇਨੇ ਹੋ ਸਕਦੇ ਆ। ਜੀ ਰਮਨ, ਜੇ ਮੇਰੀ ਆਵਾਜ਼ ਸੁਣ ਪਾ ਰਹੇ ਹੋ ਤਾਂ ਦੱਸੋ ਕਿ ਇਸ ਦੇ ਮਾਇਨੇ ਕੀ ਹੋ ਸਕਦੇ ਆ। ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇੱਕੋ ਗੱਲ ਤੇ ਅੜੇ ਰਹੇ ਕਿ ਇਹਨਾਂ ਦੇ ਵਿੱਚ ਆਰਡੀਨੈਂਸਾਂ ਦੇ ਵਿੱਚ ਕੁਝ ਵੀ ਕਿਸਾਨਾਂ ਦੇ ਖਿਲਾਫ ਨਹੀਂ ਹੈ, ਤੇ ਪਰ ਹੁਣ ਕੋਰ ਕਮੇਟੀ ਦੇ ਵਿੱਚ ਫੈਸਲਾ ਬਦਲ ਲਿਆ ਉਹਨਾਂ ਨੇ। ਕੀ ਕਹਿਣਾ ਚਾਹੋਗੇ? ਬਿਲਕੁਲ ਸੰਦੀਪ, ਤੁਸੀਂ ਬਿਲਕੁਲ ਦਰੁਸਤ ਫਰਮਾ ਰਹੇ ਹੋ। ਦਰਅਸਲ ਇਸ ਫੈਸਲੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਸੰਦੀਪ ਇੱਕ ਨਵਾਂ ਮੋੜ ਆਇਆ। ਉਮੀਦ ਹੈ ਜਿਹੜਾ ਖਰਚਾ ਮੈਨੂੰ ਆ ਤੇ ਉਹੀ ਖਰਚਾ ਤੁਹਾਡੇ ਜ਼ਿਹਨ ਦੇ ਵਿੱਚ ਵੀ ਹੋਵੇਗਾ। ਪਹਿਲਾਂ ਆਰਡੀਨੈਂਸ ਦੇ ਲਈ ਜਦੋਂ VOTING ਹੁੰਦੀ ਹੈ, ਆਰਡੀਨੈਂਸ ਲਿਆਂਦਾ ਜਾਂਦਾ ਤਾਂ ਉਦੋਂ ਅਕਾਲੀ ਦਲ ਖੁੱਲੇ ਤੌਰ ਤੇ ਸੰਦੀਪ ਸਮਰਥਨ ਕਰਦਾ। ਦਰਸ਼ਕਾਂ ਤੇ ਤੁਹਾਨੂੰ ਵੀ ਯਾਦ ਹੋਵੇਗਾ ਕਿ ਅਕਾਲੀ ਦਲ ਨੇ ਇਸ ਆਰਡੀਨੈਂਸ ਨੂੰ ਡਿਫੈਂਡ ਕਰਨ ਦੇ ਲਈ ਬਹੁਤ ਵੱਡੇ ਪੱਧਰ ਤੇ ਲੜਾਈ ਵੀ ਲੜੀ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸਾਂਝੇ ਤੌਰ ਤੇ ਮੀਟਿੰਗ ਕੀਤੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ, ਤਾਂ ਉਸ ਵੇਲੇ ਦੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਸੁਖਬੀਰ ਸਿੰਘ ਬਾਦਲ ਨੇ ਉਲਟਾ ਘੇਰਿਆ ਤੇ ਕਿਹਾ ਕਿ ਤੁਸੀਂ ਇਸ ਆਰਡੀਨੈਂਸ ਦੇ ਬਹੁਤ ਸਾਰੇ ਹਿੱਸੇ ਆਲਰੇਡੀ ਪੰਜਾਬ ਦੇ ਵਿੱਚ ਲਾਗੂ ਕਰ ਚੁੱਕੇ ਹੋ। ਔਰ ਸੁਖਬੀਰ ਸਿੰਘ ਬਾਦਲ ਨੇ ਉਹ ਵੀਡੀਓ ਜਾਰੀ ਕਰਕੇ ਉਸ ਨੂੰ ਗਲੋਰੀਫਾਈ ਵੀ ਕੀਤਾ ਔਰ ਇਹ ਵੀ ਕਿਹਾ ਕਿ ਤੁਸੀਂ ਵੇਖੋ, ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ 'ਚ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਜ਼ੁਬਾਨੀ ਜੰਗ, ਸ਼ਬਦੀ ਜੰਗ ਅਸੀਂ ਤੱਥਾਂ ਦੇ ਆਧਾਰ ਤੇ ਜਿੱਤੀ। ਕੁੱਲ ਮਿਲਾ ਕੇ ਅਕਾਲੀ ਦਲ ਦਾ ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਆਰਡੀਨੈਂਸ ਲੈ ਕੇ ਆਂਦਾ ਉਦੋਂ ਤੋਂ ਲੈ ਕੇ ਹੁਣ ਤੱਕ ਸਿਰਫ ਇੱਕੋ ਗੱਲ ਤੇ ਹੀ ਜ਼ੋਰ ਲੱਗਿਆ ਲੋਕਾਂ ਨੂੰ ਸਪਸ਼ਟੀਕਰਨ ਦੇਣ ਦੇ ਲਈ ਔਰ ਇਹ ਵਿਸ਼ਵਾਸ ਜਤਾਉਣ ਦੇ ਲਈ ਕਿ ਖੇਤੀ ਆਰਡੀਨੈਂਸ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜਿਹੜਾ ਕਿ ਕਿਸਾਨੀ ਦੇ ਖਿਲਾਫ ਹੋਵੇ। ਆਖਿਰਕਾਰ ਫਿਰ 2-4 ਦਿਨਾਂ ਦੇ ਬਾਅਦ ਇੱਕ ਹੀ ਹੋ ਜਾਂਦਾ, ਕਿਉਂਕਿ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ 2-3 ਦਿਨ ਪਹਿਲਾਂ ਵੀ ਇਹ ਗੱਲ ਕਹਿ ਕੇ ਹਟੇ ਸੀ ਕਿ ਨਹੀਂ, ਆਰਡੀਨੈਂਸ ਤਾਂ ਜਿਹੜਾ ਹੈ ਉਹ ਕਿਸਾਨਾਂ ਦੇ ਹਿੱਤਾਂ ਦੇ ਲਈ। ਐਡੇ ਵੱਡੇ ਧਰਨੇ ਪ੍ਰਦਰਸ਼ਨ ਹੁੰਦੇ ਨੇ, ਅਕਾਲੀ ਦਲ ਨੂੰ ਕਿਰਕਰੀ ਦਾ ਸਾਹਮਣਾ ਕਰਨਾ ਪੈਂਦਾ। ਪਰ ਹੁਣ ਆਖਿਰਕਾਰ ਜਦੋਂ ਲੋਕ ਸਭਾ ਦਾ ਸੈਸ਼ਨ ਨਜ਼ਦੀਕ ਹੁੰਦਾ ਤਾਂ ਫਿਰ ਅਕਾਲੀ ਦਲ ਨੂੰ ਅਜਿਹਾ ਕਿਉਂ ਕਰਨਾ ਪੈਂਦਾ? ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਆ ਔਰ ਇਹਦਾ ਜਵਾਬ ਇਹ ਹੈ ਸੰਦੀਪ ਕਿ ਅੰਦਰ ਖਾਤੇ ਅਕਾਲੀ ਦਲ ਇਹ ਜਾਣਦਾ, ਵੇਖੋ ਸਾਰੇ ਜਾਣਦੇ ਨੇ ਕਿ ਬੀਜੇਪੀ ਦੇ ਨਾਲ ਅਲਾਇੰਸ ਦੀਆਂ ਅਕਾਲੀ ਦਲ ਦੀਆਂ ਕੀ ਮਜਬੂਰੀਆਂ ਹੈਗੀਆਂ ਨੇ। ਪਰ ਸਵਾਲ ਇਹ ਹੈ ਵੀ ਹੁਣ ਜਦੋਂ ਅਕਾਲੀ ਦਲ ਨੂੰ ਕਿਰਕਰੀ ਦਾ ਸਾਹਮਣਾ ਕਰਨਾ ਪਿਆ ਤਾਂ ਸਾਡੇ ਕੋਲ ਕੱਲ ਤੋਂ ਖਬਰਾਂ ਆ ਰਹੀਆਂ ਸਨ ਭਰੋਸੇਯੋਗ ਸੂਤਰਾਂ ਤੋਂ ਕਿ ਅਕਾਲੀ ਦਲ ਦਾ ਵਿਦਨ ਪਾਰਟੀ ਜਿਹੜਾ ਕੇਡਰ ਹੈਗਾ, ਸੀਨੀਅਰ ਲੀਡਰਸ਼ਿਪ ਹੈ, ਉਹ ਸੁਖਬੀਰ ਸਿੰਘ ਬਾਦਲ ਤੇ ਲਗਾਤਾਰ ਇਸ ਗੱਲ ਦਾ ਦਬਾਅ ਬਣਾ ਰਹੀ ਸੀ ਕਿ ਜੇਕਰ ਅਸੀਂ ਇਸ ਤਰ੍ਹਾਂ ਬੀਜੇਪੀ ਦੇ ਹਰ ਫੈਸਲੇ ਦਾ ਸਵਾਗਤ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਆ ਜਦੋਂ ਅਸੀਂ ਰਾਜਸੀ ਤੌਰ ਤੇ ਪੰਜਾਬ ਦੇ ਵਿੱਚ ਸਿਫਰ ਹੋ ਜਾਣੀ। ਹਾਲਾਂਕਿ ਜੇ ਪੰਜਾਬ ਦਾ ਬੱਚਾ ਇਹ ਗੱਲ ਜਾਣਦਾ। ਜੀ ਰਮਨ, ਮੈਂ ਤੁਹਾਨੂੰ ਰੋਕਣਾ ਚਾਹੁੰਦਾ, ਮੇਰਾ ਸਵਾਲ ਵੀ ਤੁਹਾਨੂੰ ਇਹੀ ਹੈ ਕਿ ਕਿਹੜਾ ਆਧਾਰ ਹੋ ਸਕਦਾ? ਤੁਸੀਂ ਸਿਆਸੀ ਬੀਟ ਕਵਰ ਕਰਦੇ ਹੋ, ਰੋਜ਼ ਹੀ ਜਿਹੜਾ ਸਿਆਸੀ ਲੀਡਰਾਂ ਦੇ ਨਾਲ ਵਾਹ ਪੈਂਦਾ ਹੈ, ਤੁਹਾਨੂੰ ਕੀ ਲੱਗਦਾ ਆਧਾਰ ਕੀ ਬਣਾਇਆ ਹੋਵੇਗਾ ਕੋਰ ਕਮੇਟੀ ਦੇ ਵਿੱਚ ਇਹ ਫੈਸਲਾ ਬਦਲਣ ਦੇ ਲਈ? ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੋਵੇਗਾ, ਕਿਉਂਕਿ 2022 ਦੀਆਂ ਚੋਣਾਂ ਵੀ ਨਜ਼ਦੀਕ ਨੇ? ਬਿਲਕੁਲ ਸੰਦੀਪ, ਆਧਾਰ ਇਹੀ ਹੈ ਕਿ ਜਿਹੜਾ ਮੇਨ ਕਿਸਾਨਾਂ ਦੀ ਪਾਰਟੀ, ਪੰਜਾਬੀਆਂ ਦੀ ਪਾਰਟੀ, ਸਿੱਖਾਂ ਦੀ ਪਾਰਟੀ ਅਕਾਲੀ ਦਲ ਆਪਣੇ ਆਪ ਨੂੰ ਕਹਾਉਂਦਾ। ਸਿੱਖੀ ਦੇ ਮਸਲੇ ਤੇ ਅਕਾਲੀ ਦਲ ਨੂੰ ਪਹਿਲਾਂ ਹੀ ਬਹੁਤ ਵੱਡਾ ਡੈਂਟ ਵੱਜ ਚੁੱਕਿਆ। ਬੇਅਦਬੀ ਵਾਲਾ ਮਸਲਾ ਹੋਵੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਗਾਇਬ ਹੋਣਾ ਹੋਵੇ, ਚਾਹੇ ਡੀਜੀਪੀ ਸਮੇਤ ਸਿੰਘ ਸੈਣੀ ਹੋਵੇ, ਇਹਨਾਂ ਮਸਲਿਆਂ ਤੇ ਸਿੱਖੀ ਵੋਟ, ਜਿਹੜਾ ਸਿੱਖ ਵੋਟ ਬੈਂਕ ਆ ਉਹ ਤਾਂ ਆਲਰੇਡੀ ਅਕਾਲੀ ਦਲ ਦਾ ਡੈਮੇਜ ਹੋ ਚੁੱਕਿਆ। ਹੁਣ ਰਹਿ ਗਿਆ ਸੀ ਸਿੱਖਾਂ ਦੇ ਨਾਲ ਕਿਸਾਨ ਵੋਟ ਬੈਂਕ। ਕਿਸਾਨ ਜਥੇਬੰਦੀਆਂ ਅਕਾਲੀ ਦਲ ਦੇ ਬਹੁਤ ਜ਼ਿਆਦਾ ਖਿਲਾਫ ਸੀ ਇਸ ਮਸਲੇ ਤੇ। ਹਾਲਾਂਕਿ ਅਕਾਲੀ ਦਲ ਦੇ ਪੈਰ ਪਿਛਾ ਖਿੱਚਣ ਦੇ ਨਾਲ ਬਿੱਲ ਨਹੀਂ ਰੁਕਣਾ ਸੰਦੀਪ, ਇਹ ਵੀ ਗੱਲ ਯਾਦ ਰੱਖਣੀ ਪਊਗੀ। ਪਰ ਅਕਾਲੀ ਦਲ
ਚੀਚੀ ਨੂੰ ਲਹੂ ਲਾ ਕੇ ਭਾਵੇਂ ਸ਼ਹੀਦ ਹੋ ਰਿਹਾ। ਪਰ ਮੈਂ ਇਹ ਸਮਝਦਾ ਕਿ ਅਕਾਲੀ ਦਲ ਇਸ ਆਧਾਰ ਨੂੰ ਇਹ ਆਧਾਰ ਬਣਾ ਕੇ ਪੈਰ ਪਿੱਛਾ ਖਿੱਚ ਰਿਹਾ ਕਿ ਬਿੱਲ ਤਾਂ ਪਾਸ ਹੋ ਹੀ ਜਾਣਾ, ਪਰ ਕਹਿੰਦੇ ਆ ਨਾ ਕਿ ਚੱਲ ਜਾਂਦੇ ਚੋਰ ਦੀ ਪਾਗੀ ਸੀ। ਇਹਨਾਂ ਨੂੰ ਇਹ ਕਿ ਸਾਡੀ ਇੱਜ਼ਤ ਵੀ ਹੈ ਜੋ ਅਸੀਂ ਕਹਿ ਲਾਂਗੇ ਕਿ ਭਾਈ ਜਦੋਂ ਬਿੱਲ ਪਾਸ ਹੋਣ ਲੱਗਿਆ ਸੀ ਆਰਡੀਨੈਂਸ ਵੇਲੇ ਸਾਡੇ ਕੋਲ ਗਲਤੀ ਹੋ ਗਈ, ਪਰ ਆ ਬਿੱਲ ਤੇ ਵੇਖ ਲਓ ਅਸੀਂ ਪਿੱਛਾ ਹਟ ਗਏ। ਦੂਸਰੀ ਗੱਲ ਮੈਨੂੰ ਇਹ ਵੀ ਲੱਗਦਾ ਹੈ, ਦੂਸਰਾ ਆਧਾਰ ਇਹ ਵੀ ਹੈ, ਇਸ ਤੋਂ ਪਹਿਲਾਂ ਕਿ ਬੀਜੇਪੀ ਅਕਾਲੀ ਦਲ ਨੂੰ ਖਿੱਪੀ ਮਾਰੇ, ਅਕਾਲੀ ਦਲ ਨੇ ਪਹਿਲ ਕਰ ਦਿੱਤੀ ਕਿ ਕਿਉਂ ਨਾ ਅਸੀਂ ਇਹ ਜੰਗ ਸ਼ੁਰੂ ਕਰੀਏ ਤਾਂ ਕਿ ਲੋਕਾਂ 'ਚ ਸਾਡਾ ਨੱਕ ਵੀ ਰਹਿ ਜੇ। ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਆਰਡੀਨੈਂਸ ਤੋਂ ਪੈਰ ਪਿੱਛਾ ਖਿੱਚਣਾ ਸੰਦੀਪ ਇਹ ਮੁੱਢ ਬੰਨਿਆ ਜਾ ਰਿਹਾ ਅਕਾਲੀ ਦਲ ਤੇ ਬੀਜੇਪੀ ਦੇ ਵੱਖ ਹੋਣ ਦਾ। ਪਰ ਦੂਸਰਾ ਖਦਸ਼ਾ ਜਿਹੜੇ ਸਿਆਸੀ ਮਾਹਿਰ ਇਹ ਵੀ ਜਤਾਉਂਦੇ ਨੇ ਕਿ ਕਿਤੇ ਇਹ ਮੈਚ ਫਿਕਸਿੰਗ ਤਾਂ ਨਹੀਂ, ਇਹ ਅਕਾਲੀ ਦਲ ਤੇ ਭਾਜਪਾ ਦੀ ਕਿਤੇ ਮੈਚ ਫਿਕਸਿੰਗ ਤਾਂ ਨਹੀਂ, ਕਿਉਂਕਿ ਅਕਾਲੀ ਦਲ ਕੱਲ ਨੂੰ ਭਾਜਪਾ ਇਸ ਤਰ੍ਹਾਂ ਤਾਂ ਨਹੀਂ ਕਿ ਜਦੋਂ ਬਿੱਲ ਆਵੇਗਾ ਤਾਂ ਉਹਦੇ ਵਿੱਚ ਕੁਝ ਬਦਲਾਅ ਹੋ ਜਾਣ, ਕਿਉਂਕਿ ਸੈਸ਼ਨ ਹਜੇ ਸ਼ੁਰੂ ਹੋਣਾ, ਇਹ ਵੀ ਖਦਸ਼ਾ ਬਜਾਇਆ ਜਾ ਰਿਹਾ। ਤੀਸਰਾ ਇਹ ਵੀ ਹੈ ਕਿ ਜੇ ਹੂਬਹੂ ਇਸੇ ਤਰ੍ਹਾਂ ਦਾ ਬਿੱਲ ਪਾਸ ਕਰ ਦਿੰਦੀ ਹੈ ਬੀਜੇਪੀ ਤਾਂ ਬੀਜੇਪੀ ਦਾ 60 ਸੀਟਾਂ ਤੇ ਲੜਨ ਦਾ ਫੈਸਲਾ ਕਰਨਾ ਕਿਤੇ ਇਸ ਤਰ੍ਹਾਂ ਨਹੀਂ ਹੈ ਕਿ ਅਕਾਲੀ ਦਲ ਪੋਸਟ ਇਲੈਕਸ਼ਨ ਕੱਲ ਨੂੰ ਅਲਾਈਜ਼ ਕਰ ਲਵੇ। ਤਾਂ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ, ਪਰ ਇੱਕ ਗੱਲ ਬੜੀ ਸਾਫ਼ ਹੈ, ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਸੈਸ਼ਨ ਤੱਕ ਇਹ ਸਟੈਂਡ ਸਪਸ਼ਟ ਰੱਖਦਾ ਤੇ ਬਿੱਲ ਤੋਂ ਵਾਕਆਊਟ ਕਰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੀਬੀ ਬਾਦਲ ਦੇ ਅਸਤੀਫੇ ਦੀ ਆਸ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਦਾ ਭੁਚਾਲ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਜੀ ਤੁਸੀਂ ਬੜੀ ਅਹਿਮ ਗੱਲ ਕਹੀ ਹੈ ਕਿ ਹੋ ਸਕਦਾ ਹੈ ਕਿ ਅੰਦਰ ਖਾਤੇ ਕੁਝ ਵੀ ਮੀਟਿੰਗ ਹੋਵੇ, ਕਿਉਂਕਿ ਸਿਆਸਤ ਦੇ ਵਿੱਚ ਕੁਝ ਵੀ ਅੰਦਰ ਖਾਤੇ ਚੱਲਦਾ ਰਹਿੰਦਾ, ਪਰ ਲੋਕਾਂ ਤੱਕ ਜਾਣਕਾਰੀ ਉਦੋਂ ਪਹੁੰਚਦੀ ਹੈ ਜਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਸੰਦੀਪ ਇੱਕ ਚੀਜ਼ ਭੁੱਲ ਨਹੀਂ ਸਕਦੇ ਆਪਾਂ, ਅੱਜ ਜੋ ਬੀਜੇਪੀ ਦੀ ਬਾਡੀ ਲੈਂਗੁਏਜ ਨਜ਼ਰ ਆ ਰਹੀ ਹੈ ਉਹਦੇ ਚ ਮੈਚ ਫਿਕਸਿੰਗ ਦੇ ਹਾਲ ਦੀ ਘੜੀ ਮਤਲਬ ਕੋਈ ਅਮੈਂਡਮੈਂਟ ਦੇ ਬਦਲਾਅ ਦੇ ਅਸਾਰ ਨਜ਼ਰ ਆ ਨਹੀਂ ਰਹੇ। ਅੱਜ ਜੋ ਬੀਜੇਪੀ ਦੀ ਅਕਾਲੀ ਦਲ ਦੇ ਪ੍ਰਤੀ ਬਾਡੀ ਲੈਂਗੁਏਜ ਹੈਗੀ ਆ ਉਹਦੇ ਤੋਂ ਇੰਜ ਨਹੀਂ ਜਾਪਦਾ ਕਿ ਬੀਜੇਪੀ ਅਕਾਲੀ ਦਲ ਦੇ ਆਕੇ ਇਸ ਆਰਡੀਨੈਂਸ ਤੇ ਜਾਂ ਇਸ ਬਿੱਲ ਤੇ ਥੋੜਾ ਪਲਾਈਟ ਹੋਊਗੀ। ਸੰਦੀਪ ਜੀ ਰਮਨ, ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਇਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕਿ ਅਸੀਂ ਅਕਾਲੀ ਦਲ ਦੇ ਕੁਝ ਲੀਡਰਾਂ ਨੂੰ ਵੀ ਜੋੜ ਸਕੀਏ। ਤੁਹਾਡੇ ਤੱਕ ਕੋਈ ਜਾਣਕਾਰੀ ਪਹੁੰਚੀ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜਿਹੜੇ ਕਿ ਤੁਸੀਂ ਵੀ ਦੱਸਿਆ ਕਿ ਪਹਿਲਾਂ ਹੀ 1-2 ਦਿਨ ਪਹਿਲਾਂ ਜਾਂ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਸੀ ਹੁਣ ਤੱਕ ਕਿ ਕੁਝ ਵੀ ਇਸ ਦੇ ਖਿਲਾਫ ਨਹੀਂ ਹੈ ਤੇ ਹੁਣ ਕੋਰ ਕਮੇਟੀ ਦੇ ਵਿੱਚ ਫੈਸਲਾ ਹੋ ਜਾਂਦਾ ਹੈ। ਜਗਮੀਤ ਸਿੰਘ ਬਰਾੜ ਤੋਂ ਇਲਾਵਾ ਕਿਸੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਗੂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕੀ ਸੋਚ ਰਹੇ ਆ, ਉਹਨਾਂ ਵੱਲੋਂ ਕੋਈ ਜਾਣਕਾਰੀ ਆਈ ਹੋਵੇ? ਬਹਿਰਹਾਲ ਸੁਖਬੀਰ ਸਿੰਘ ਬਾਦਲ ਨੇ ਇਹ ਖੁਦ ਫੈਸਲਾ ਨਹੀਂ ਲਿਆ ਗਿਆ, ਇਹ ਬਾਦਲ ਫੈਮਿਲੀ ਦੇ ਵੱਲੋਂ ਫੈਸਲਾ ਖੁਦ ਨਹੀਂ ਲਿਆ ਗਿਆ ਸੰਦੀਪ ਕਿ ਉਹਨਾਂ ਦੇ ਹਿੱਸਾ ਇਸ ਮਾਮਲੇ ਤੇ ਵਲੂੰਦਰਿਆ ਗਿਆ ਹੋਵੇ ਜਾਂ ਉਹਨਾਂ ਨੂੰ ਲੱਗਿਆ ਹੋਵੇ ਕਿ ਨਹੀਂ ਭਾਈ ਅਸੀਂ ਗਲਤੀ ਕਰ ਬੈਠੇ। ਇਹ ਗਲਤੀ ਦਾ ਅਹਿਸਾਸ ਕਰਵਾਇਆ ਗਿਆ। ਉਹਦੇ ਚ ਲੀਡਰ ਕਿਹੜੇ ਹੈਗੇ ਨੇ, ਸਾਡੇ ਕੋਲ ਸੋਰਸਸ ਦੇ ਹਵਾਲੇ ਤੋਂ ਬਹੁਤ ਸਾਰੇ ਲੀਡਰ ਜਿਹੇ ਨੇ, ਲੀਡਰ ਦਾ ਇੱਕ ਪਰਦਾ ਹੁੰਦਾ, ਸੁਭਾਵਿਕ ਤੌਰ ਤੇ ਸੋਰਸਸ ਹੁੰਦੇ ਨੇ, ਔਨ ਏਅਰ ਤਾਂ ਮੈਂ ਉਹਨਾਂ ਲੀਡਰਾਂ ਦਾ ਨਾਮ ਨਹੀਂ ਲੈ ਸਕਦਾ, ਪਰ ਸਾਡੇ ਕੋਲ ਉਹ ਤਮਾਮ ਲੀਡਰਾਂ ਦੀ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਲਿਸਟ ਹੈਗੀ ਹੈ ਕਿ ਜਿਹੜੇ ਲੀਡਰਾਂ ਨੇ ਸੁਖਬੀਰ ਸਿੰਘ ਬਾਦਲ ਤੇ ਇਸ ਗੱਲ ਦਾ ਪ੍ਰੈਸ਼ਰ ਪਾਇਆ। ਹਾਲਾਂਕਿ ਇਹ ਵੀ ਖਬਰ ਆਈਆਂ ਸੰਦੀਪ ਕਿ ਕੁਝ ਲੀਡਰਾਂ ਨੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇਕਰ ਤੁਸੀਂ ਆਰਡੀਨੈਂਸ ਤੇ ਸਟੈਂਡ ਨਹੀਂ ਲੈਂਦੇ ਤਾਂ ਅਸੀਂ ਫਿਰ ਤੁਹਾਡੇ ਨਾਲੋਂ ਵੱਖਰਾ ਸਟੈਂਡ ਲਵਾਂਗੇ, ਕਿਉਂਕਿ ਪਹਿਲਾਂ ਵੀ ਅਕਾਲੀ ਦਲ ਪਾਰਟੀ ਦੇ ਟੁੱਟਣ ਦਾ ਸਾਹਮਣਾ ਪਹਿਲਾਂ ਹੀ ਬੜੇ ਵੱਡੇ ਪੱਧਰ ਤੇ ਕਰ ਰਿਹਾ, ਪਾਰਟੀ ਵੀ ਟੁੱਟ ਰਹੀ ਹੈ, ਇੱਕ ਨਹੀਂ ਅਨੇਕਾਂ ਚੁਣੌਤੀਆਂ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਪਹਿਲਾਂ ਤੋਂ ਹੀ ਨੇ। ਉਹ ਕਹਿੰਦੇ ਤਾਂ ਜਦੋਂ ਲੀਡਰਾਂ ਨੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਇਹ ਤਰਕ ਰੱਖਿਆ, ਉਹ ਕਹਿੰਦੇ ਕਿ ਤੁਸੀਂ ਬੇਅਦਬੀ ਵਾਲੇ ਮਸਲੇ ਤੇ, ਕਿਉਂਕਿ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਖੀਰਲੇ ਸਾਲ ਚ ਆ ਕੇ ਪੁਲਿਸ ਵਾਲਿਆਂ ਦੇ ਨਾਲ ਕਿਸੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੂੰ ਵੀ ਰਗੜਾ ਲਾ ਸਕਦੇ ਆ, ਜਿਹੜੀ ਸਿੱਟ ਬਣੀ ਹੋਈ ਆ। ਉਹ ਕਹਿੰਦੇ ਕਿ ਬੇਅਦਬੀ ਵਾਲੇ ਮਸਲੇ ਤੇ ਜੇ ਅਸੀਂ ਘਿਰ ਰਹੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਵਾਲੇ ਸਰੂਪਾਂ ਵਾਲੇ ਮਸਲੇ ਤੇ ਵੀ ਘਿਰ ਰਹੇ ਹਾਂ, ਅਸੀਂ ਸਮੇਤ ਸਿੰਘ ਸੈਣੀ ਵਾਲੇ ਮਸਲੇ ਤੇ ਵੀ ਘਿਰ ਰਹੇ ਹਾਂ, ਹੁਣ ਅਸੀਂ ਖੇਤੀ ਆਰਡੀਨੈਂਸ ਦੇ ਮਸਲੇ ਤੇ ਵੀ ਘਿਰ ਰਹੇ ਹਾਂ। ਤਾਂ ਅਕਾਲੀ ਦਲ ਦੇ ਲੀਡਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਲੌਜਿਕ ਦਿੱਤਾ। ਉਹ ਕਹਿੰਦੇ ਕਿ ਤੁਸੀਂ ਆਪਣਾ ਖੁੱਸਿਆ ਹੋਇਆ ਆਧਾਰ ਮਜ਼ਬੂਤ ਕਿਵੇਂ ਕਰੋਗੇ, ਕਿਉਂਕਿ ਪੈਰਲਰ ਮੁੱਦੇ ਤੇ ਮੁੱਦਾ ਖੜਾ ਹੋ ਰਿਹਾ, ਅਸੀਂ ਇਲੈਕਸ਼ਨ ਦੀ ਤਿਆਰੀ ਕਰਾਂਗੇ ਜਾਂ ਫਿਰ ਪਿਛਲੇ 10 ਸਾਲਾਂ ਦੇ ਮੁੱਦੇ ਜੁੜੇ ਹੋਏ ਜਿਹੜੇ ਸਾਡੇ ਨਾਲ ਨੇ ਉਹਨਾਂ ਨੂੰ ਡਿਫੈਂਡ ਕਰਾਂਗੇ। ਤਾਂ ਇਹਦੇ ਤੇ ਸੁਖਬੀਰ ਸਿੰਘ ਬਾਦਲ ਕਨਵਿੰਸ ਹੋਏ, ਜਿਸ ਤੋਂ ਬਾਅਦ ਕੋਰ ਕਮੇਟੀ 'ਚ ਮਤਾ ਲਿਆਂਦਾ ਗਿਆ। ਔਰ ਇਹ ਜਿਹੜਾ ਜਗਮੀਤ ਸਿੰਘ ਬਰਾੜ ਦਾ ਬੋਲਣਾ ਹੈ, ਇਹ ਜਗਮੀਤ ਸਿੰਘ ਬਰਾੜ ਜਾਂ ਕੱਲ ਤੱਕ ਵੇਖੋਗੇ ਹੋਰ ਵੀ ਲੀਡਰਾਂ ਦੀਆਂ ਵੀਡੀਓ ਬਾਈਟ ਆ ਜਾਣਗੀਆਂ, ਇਹ ਉਹਨਾਂ ਤੋਂ ਬੁਲਵਾਇਆ ਜਾ ਰਿਹਾ। ਤੇ ਮੈਨੂੰ ਇਹ ਲੱਗਦਾ ਕਿ 1-2 ਦਿਨਾਂ ਬਾਅਦ ਸੁਖਬੀਰ ਸਿੰਘ ਬਾਦਲ ਹੌਲੀ ਪਰਦੇ ਤੇ ਸਾਹਮਣੇ ਆਉਣਗੇ। ਬਿਲਕੁਲ ਰਮਨ, ਇਹ ਦਿਲਚਸਪ ਗੱਲ ਹੋਵੇਗੀ, ਦੇਖਣ ਵਾਲੀ ਹੋਵੇਗੀ ਕਿ ਆਖਰਕਾਰ ਸੁਖਬੀਰ ਸਿੰਘ ਬਾਦਲ ਜਿਹੜੇ ਲੋਕਾਂ ਵਿੱਚ ਹੁਣ ਤੱਕ ਹਰ ਮੰਚ ਦੇ ਉੱਤੇ ਕਹਿੰਦੇ ਨਹੀਂ ਥੱਕਦੇ ਸੀ ਕਿ ਆਰਡੀਨੈਂਸ ਦੇ ਵਿੱਚ ਕੁਝ ਵੀ ਕਿਸਾਨਾਂ ਦੇ ਖਿਲਾਫ ਨਹੀਂ ਹੈ, ਤਾਂ ਹੁਣ ਇੰਪੋਰਟੈਂਟ ਸਵਾਲ ਹੋਵੇਗਾ ਸੰਦੀਪ, ਇਹ ਵੀ ਇੰਪੋਰਟੈਂਟ ਸਵਾਲ ਹੋਵੇਗਾ, ਮਾਫੀ ਚਾਹਾਂਗਾ, ਇਹ ਵੀ ਇੰਪੋਰਟੈਂਟ ਸਵਾਲ ਹੋਵੇਗਾ ਕਿ ਆਰਡੀਨੈਂਸ ਦੇ ਸਮਰਥਨ ਚ ਆਉਣਾ ਔਰ ਖੁੱਲੇ ਤੌਰ ਤੇ ਸਮਰਥਨ ਕਰਨਾ, ਲੋਕਾਂ ਨੂੰ ਸਮਝਾਉਣਾ, ਉਹਦੇ ਲਈ ਮਾਫੀ ਮੰਗਣਗੇ ਸੁਖਬੀਰ ਸਿੰਘ ਬਾਦਲ ਜਾਂ ਫਿਰ ਕੋਈ ਨਵਾਂ ਲੌਜਿਕ ਦੇਣਗੇ ਆ ਕੇ ਕਿ ਆਖਿਰਕਾਰ ਕਿਹੜੀ ਮਜਬੂਰੀ ਬਣ ਗਈ ਕਿ ਉਹਨਾਂ ਨੂੰ ਅਚਨਚੇਤ ਜਾਂ ਮੈਂ ਕਹਿ ਲਾਂ ਵੀ ਰਾਤੋਂ ਰਾਤ ਹੀ ਉਹਨਾਂ ਨੂੰ ਆਰਡੀਨੈਂਸ ਦੇ ਖਿਲਾਫ ਮਤਾ ਕਿਉਂ ਪਾਸ ਕਰਨਾ ਪਿਆ। ਜੇਕਰ ਪਾਸ ਅੱਜ ਕੀਤਾ ਤਾਂ ਉਹ ਪਹਿਲਾਂ ਗਲਤ ਸਨ ਜਾਂ ਫਿਰ ਅੱਜ ਠੀਕ ਨੇ।
ਬਿਲਕੁਲ, ਜਦੋਂ ਅਸੀਂ ਹੁਣ ਗੱਲ ਕਰ ਰਹੇ ਹਾਂ ਤਕਰੀਬਨ 4 ਘੰਟੇ ਪਹਿਲਾਂ ਇਹ ਫੈਸਲਾ ਲਿਆ ਗਿਆ। ਔਰ ਰਮਨ, ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਬੜੀ ਮਿਹਰਬਾਨੀ ਤੁਹਾਡੀ। ਬਹੁਤ ਧੰਨਵਾਦ। ਤਾਂ ਅਸੀਂ ਹੁਣ ਤੱਕ ਜਗਬਾਣੀ ਦੇ ਉੱਤੇ ਜਿਹੜੀ ਖਬਰ ਦਸਤਕ ਦੇ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਖੇਤੀਬਾੜੀ ਆਰਡੀਨੈਂਸ ਜਿਹੜੇ 3 ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਆ, ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਜਿਸ ਦਾ ਹੁਣ ਤੱਕ ਸਟੈਂਡ ਸੀ ਕਿ ਕੁਝ ਵੀ ਖੇਤੀਬਾੜੀ ਆਰਡੀਨੈਂਸਾਂ ਦੇ ਵਿੱਚ ਖਿਲਾਫ ਨਹੀਂ ਹੈ ਕਿਸਾਨਾਂ ਦੇ, ਪਰ ਹੁਣ ਉਹਨਾਂ ਨੇ ਖੁਦ ਹੀ ਫੈਸਲਾ ਕੋਰ ਕਮੇਟੀ ਦੇ ਵਿੱਚ ਲਿਆ ਤੇ ਇਸ ਫੈਸਲੇ ਨੂੰ ਬਦਲ ਰਿਹਾ, ਜਾਂ ਇਹ ਕਹਿ ਲਈਏ ਕਿ ਪੈਰ ਪਿੱਛੇ ਖਿੱਚ ਲਏ ਨੇ ਲੋਕਾਂ ਦੇ ਰੋਸ ਨੂੰ ਵੇਖਦੇ ਆ। ਕਿਉਂਕਿ ਕਿਸਾਨ ਲਗਾਤਾਰ, ਪੰਜਾਬ ਦੇ ਕਿਸਾਨ ਹੀ ਨਹੀਂ, ਪੂਰੇ ਵੱਖ-ਵੱਖ ਸੂਬਿਆਂ ਦੀ ਗੱਲ ਕਰੀਏ ਤਾਂ ਗਵਾਂਢੀ ਸੂਬਾ ਹਰਿਆਣਾ, ਜਿੱਥੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਵੀ ਹੁੰਦਾ, ਖੇਤੀਬਾੜੀ ਆਰਡੀਨੈਂਸਾਂ ਦੇ ਖਿਲਾਫ ਕਿਸਾਨ ਸੜਕਾਂ ਤੇ ਉਤਰੇ ਹੋਏ ਸਨ ਤੇ ਉਸ ਨੂੰ ਲੈ ਕੇ ਵੀ ਜਿਹੜਾ ਕਿ ਲਾਠੀ ਚਾਰਜ ਹੁੰਦਾ ਹੈ ਤੇ ਖਬਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਜਦੋਂ, ਤਾਂ ਲੋਕਾਂ ਦਾ ਰੋਸ ਹੋਰ ਵੀ ਵੱਧ ਜਾਂਦਾ ਤੇ ਜੇਲ੍ਹ ਭਰੋ ਅੰਦੋਲਨ ਪੰਜਾਬ ਦੇ ਵਿੱਚ ਅਜੇ ਵੀ ਜਾਰੀ ਹੈ ਖੇਤੀਬਾੜੀ ਆਰਡੀਨੈਂਸਾਂ ਦੇ ਖਿਲਾਫ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਕਿਤੇ ਨਾ ਕਿਤੇ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਹੈ, ਉਸ ਵਿੱਚ ਫੈਸਲੇ ਨੂੰ ਬਦਲਣਾ ਪਿਆ। ਔਰ ਇਸ ਨੂੰ ਲੈ ਕੇ ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਲੀਡਰ ਹੈ ਜਿਹੜੇ ਉਹ ਖੁੱਲ੍ਹ ਕੇ ਸਾਹਮਣੇ ਆਉਣਗੇ ਸ਼੍ਰੋਮਣੀ ਅਕਾਲੀ ਦਲ ਦੇ, ਜਿਹੜੇ ਕਹਿਣਗੇ ਕਿ ਹਾਂ ਅਸੀਂ ਫੈਸਲੇ ਨੂੰ ਬਦਲਿਆ। ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਸੁਣਨਾ ਇਹ ਬਾਕੀ ਹੈ, ਉਹ ਕੀ ਕਹਿੰਦੇ ਆ, ਕੀ ਤਰਕ ਦੇਣਗੇ ਕਿ ਹੁਣ ਅਸੀਂ ਵਿਰੋਧ ਵਿੱਚ ਕਿਉਂ ਖੜੇ ਹਾਂ। ਪਹਿਲਾਂ ਤਾਂ ਉਹਨਾਂ ਨੇ ਬਹੁਤ ਹਰ ਗੱਲ ਦੇ ਉੱਤੇ ਵਕਾਲਤ ਕੀਤੀ ਕੇਂਦਰ ਸਰਕਾਰ ਦੀ, ਜਾਂ ਇਹ ਕਹਿ ਲਈਏ ਆਪਣੀ ਭਾਈਵਾਲ ਪਾਰਟੀ ਬੀਜੇਪੀ ਦੀ, ਭਾਜਪਾ ਦੀ, ਕਿ ਕੁਝ ਵੀ ਖੇਤੀਬਾੜੀ ਆਰਡੀਨੈਂਸਾਂ ਦੇ ਵਿੱਚ ਕਿਸਾਨਾਂ ਦੇ ਖਿਲਾਫ ਨਹੀਂ ਹੈ। ਪਰ ਹੁਣ ਉਹ ਕਿਹੜੇ ਮੂੰਹ ਦੇ ਨਾਲ ਲੋਕਾਂ ਦੇ ਵਿੱਚ ਵਿਚਰਨਗੇ, ਕਿਸਾਨਾਂ ਦੇ ਵਿੱਚ ਕਿਹੜੇ ਮੂੰਹ ਦੇ ਨਾਲ ਉਹ ਜਾਣਗੇ ਔਰ ਕੀ ਕਹਿਣਗੇ, ਕੀ ਤਰਕ ਦੇਣਗੇ, ਦਲੀਲ ਦੇਣਗੇ, ਵੇਖਣ ਵਾਲਾ ਹੋਵੇਗਾ। ਤੇ ਫਿਲਹਾਲ ਖੇਤੀਬਾੜੀ ਆਰਡੀਨੈਂਸਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਫੈਸਲਾ ਬਦਲ ਲਿਆ। ਜਿਹੜੇ ਹੁਣ ਤੱਕ ਇਹ ਕਹਿੰਦੇ ਨਹੀਂ ਸੀ ਥੱਕਦੇ ਕਿ ਕੁਝ ਵੀ ਕਿਸਾਨਾਂ ਦੇ ਖਿਲਾਫ ਨਹੀਂ ਹੈ, ਪਰ ਹੁਣ ਉਹਨਾਂ ਨੂੰ ਖਿਲਾਫ ਕੀ ਨਜ਼ਰ ਆਇਆ, ਇਹ ਵੀ ਵੱਡਾ ਸਵਾਲ ਹੈ। ਇਸ ਦਾ ਜਵਾਬ ਵੀ ਸ਼੍ਰੋਮਣੀ ਅਕਾਲੀ ਦਲ ਹੋ ਸਕਦਾ ਹੈ ਕੱਲ ਤੱਕ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਦੇ ਸਕਦੀ ਹੈ। ਔਰ ਇਸ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਰਾਹੀਂ ਵੀ ਇਹ ਗੱਲਬਾਤ ਲੋਕਾਂ ਤੱਕ ਪਹੁੰਚ ਸਕਦੀ ਹੈ ਕਿ ਆਖਰਕਾਰ ਕਿਉਂ ਪਹਿਲਾਂ ਪੰਜਾਬ ਸਰਕਾਰ, ਜਾਂ ਕਹਿ ਲਈਏ ਕਾਂਗਰਸ ਜਿਹੜੀ ਸੱਤਾ ਦੇ ਵਿੱਚ ਹੈ, ਵਿਧਾਨ ਸਭਾ ਦੇ ਇੱਕ ਰੋਜ਼ਾ ਸੈਸ਼ਨ ਦੇ ਵਿੱਚ ਵੀ ਇਸ ਗੱਲ ਤੇ ਕਾਰਵਾਈ ਪਾਈ ਜਾਂਦੀ ਹੈ। ਜਿਹੜੇ ਖੇਤੀਬਾੜੀ ਆਰਡੀਨੈਂਸ ਨੇ ਇਹਨਾਂ ਦੇ ਖਿਲਾਫ ਮਤਾ ਪਾਇਆ ਜਾਂਦਾ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਾਂ ਸਾਥ ਦਿੱਤਾ, ਪੂਰਨ ਤੌਰ ਦੇ ਉੱਤੇ ਸਹਿਯੋਗ ਦਿੱਤਾ, ਪਰ ਅਕਾਲੀ ਦਲ ਉਸ ਵਿੱਚ ਸ਼ਾਮਲ ਹੀ ਨਹੀਂ ਹੋਇਆ ਸੀ ਕੁਝ ਕਾਰਨਾਂ ਦੇ ਕਰਕੇ। ਕੁਝ ਕਾਰਨ ਕੋਵਿਡ-19 ਕਰਕੇ ਦੱਸੇ ਜਾ ਰਹੇ ਸੀ ਕਿ ਉਹਨਾਂ ਦੇ ਵਿਧਾਇਕ ਨੇ ਜਿਹੜੇ ਕਰੋਨਾ ਪੋਜ਼ਿਟਿਵ ਰਿਪੋਰਟ ਆਉਂਦੀ ਹੈ ਤਾਂ ਉਹਨਾਂ ਦੇ ਸੰਪਰਕ ਵਿੱਚ ਬਾਕੀ ਵਿਧਾਇਕ ਆਏ ਸੀ, ਤਾਂ ਇਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਸੀ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਦੇ ਵੱਲੋਂ। ਇਸ ਕਰਕੇ ਉਹਨਾਂ ਨੇ ਵੀ ਦਲੀਲ ਦਿੱਤੀ ਕਿ ਅਸੀਂ ਸ਼ਾਮਲ ਨਹੀਂ ਹੋਏ। ਪਰ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਤੇ ਇਲਜ਼ਾਮ ਲਗਾਏ ਸੀ ਕਿ ਖੇਤੀਬਾੜੀ ਆਰਡੀਨੈਂਸ ਦੇ ਖਿਲਾਫ ਮਤਾ ਪਾਇਆ ਜਾ ਰਿਹਾ ਹੈ, ਇਸ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ ਇਹਨਾਂ ਨੂੰ ਖੜਨਾ ਪੈਣਾ ਸੀ, ਜਿਸ ਕਰਕੇ ਉਹ ਸਾਹਮਣੇ ਨਹੀਂ ਆਏ ਜਾਂ ਵਿਧਾਨ ਸਭਾ ਦੇ ਵਿੱਚ ਸ਼ਾਮਲ ਨਹੀਂ ਹੋਏ ਸੈਸ਼ਨ ਦੇ ਵਿੱਚ। ਇਸ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਉੱਠੇ ਸਨ। ਪਰ ਹੁਣ ਖੇਤੀਬਾੜੀ ਆਰਡੀਨੈਂਸਾਂ ਨੂੰ ਲੈ ਕੇ ਜਿਹੜੇ ਕਿ 3 ਖੇਤੀਬਾੜੀ ਆਰਡੀਨੈਂਸ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਆ, ਇਸ ਦੇ ਉੱਤੇ ਵੀ ਸਵਾਲ ਮਾਰਾਂ ਨੇ ਖੜੇ ਕੀਤੇ ਕਿ ਆਖਰਕਾਰ ਐਡੀ ਕਿਹੜੀ ਕਾਲੀ ਪਈ ਸੀ, ਜਾਂ ਕੋਵਿਡ-19 ਦਾ ਜਿਹੜਾ ਦੌਰ ਚੱਲ ਰਿਹਾ ਹੈ ਇਸ ਨੂੰ ਦੇਖਦਿਆਂ ਹੋਇਆਂ ਆਉਣ ਵਾਲੇ ਜਿਹੜਾ ਸੰਸਦ ਦਾ ਸੈਸ਼ਨ ਹੋਣਾ ਸੀ ਉਸ ਦੇ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਸੀ ਬਿੱਲ। ਉਸ ਦੇ ਉੱਤੇ ਇੱਕ ਚਰਚਾ ਹੁੰਦੀ ਠੋਸ ਤਰੀਕੇ ਦੇ ਨਾਲ, ਪੂਰੇ ਤਰੀਕੇ ਦੇ ਨਾਲ, ਉਸ ਦੇ ਵਿੱਚ ਵਿਰੋਧੀ ਧਿਰ ਦੀ ਵੀ ਜਿਹੜੀ ਰਾਏ ਲਈ ਜਾਂਦੀ ਕਿ ਇੱਕ ਆਖਰਕਾਰ ਕਿਸਾਨਾਂ ਦੇ ਖੇਤੀਬਾੜੀ ਆਰਡੀਨੈਂਸ ਪੱਖ ਵਿੱਚ ਹੋਣਗੇ ਜਾਂ ਵਿਰੋਧ ਵਿੱਚ ਹੋਣਗੇ। ਇਸ ਨੂੰ ਲੈ ਕੇ ਵੀ ਚਰਚਾ ਚੱਲੀ ਕਿ ਆਖਰਕਾਰ ਇਹ ਪਹਿਲਾਂ ਕਿਉਂ ਜਾਰੀ ਕੀਤੇ ਗਏ। ਤੇ ਹੁਣ ਜਿਹੜਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਜਿਹੜੇ ਕਿ ਕੇਂਦਰ ਸਰਕਾਰ ਦੇ ਹੱਕ ਵਿੱਚ ਖੜਾ ਸੀ, ਭਾਜਪਾ ਪਾਰਟੀ ਦੇ ਹੱਕ ਵਿੱਚ ਖੜਾ ਸੀ, ਹੁਣ ਉਹਨਾਂ ਨੇ ਕੋਰ ਕਮੇਟੀ ਦੇ ਵਿੱਚ ਇਹ ਫੈਸਲਾ ਬਦਲ ਲਿਆ। ਤਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਖੇਤੀਬਾੜੀ ਆਰਡੀਨੈਂਸ ਦੇ ਵਿੱਚ ਵੀ ਇਹ ਫੈਸਲਾ ਜਿਹੜਾ ਉਹ ਬਦਲ ਲਿਆ ਗਿਆ। एक एक्स्ट्रा ऑर्डिनेंस किसान मारू ऑर्डिनेंस लिया के जो असाधारण ऑर्डिनेंस ਨੂੰ ਪੇਸ਼ ਕੀਤਾ, ਉਸ ਨੂੰ ਮੁਕੰਮਲ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੀ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਹਰਿਆਣਾ ਔਰ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੀਆਂ ਕਿਸਾਨ ਜਥੇਬੰਦੀਆਂ ਔਰ ਦੇਸ਼ ਦੀ ਚਿੰਤਾ ਕਰਨ ਵਾਲੇ, ਦੇਸ਼ ਦੇ ਹਿੱਤਾਂ ਦੀ ਚਿੰਤਾ ਕਰਨ ਵਾਲੇ ਸਮੂਹ ਲੋਕਾਂ ਦੇ ਉਹਨਾਂ ਦੇ ਜਜ਼ਬਾਤ ਤੇ ਭਾਵਨਾਵਾਂ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਹੈ ਕਿ ਇਹਨਾਂ ਆਰਡੀਨੈਂਸਿਸ ਦੇ ਨਾਲ ਪੁਨਰ ਵਿਚਾਰ ਭਾਰਤ ਸਰਕਾਰ ਨੂੰ ਕਰਨਾ ਚਾਹੀਦਾ ਹੈ। ਔਰ ਇਹਨੂੰ ਅਕਾਲੀ ਦਲ ਇਸ ਰੂਪ ਵਿੱਚ ਰਿਜੈਕਟ ਕਰਦਾ ਹੈ ਜਿਸ ਨਾਲ ਪੰਜਾਬ ਦੀ ਕਿਸਾਨੀ ਦਾ ਔਰ ਕਾਰਪੋਰੇਟ ਘਰਾਣਿਆਂ ਦੇ ਸਾਹਮਣੇ ਗਿਰਵੀ ਹੋਣ ਦਾ ਇੱਕ ਜੋ ਖਦਸ਼ਾ ਹੈ, ਉਹ ਖਦਸ਼ਾ ਹੀ ਨਹੀਂ, ਕੁਝ ਅੰਕੜੇ ਵੀ ਵਿਦਵਾਨਾਂ ਨੇ ਔਰ ਮਾਹਰਾਂ ਨੇ ਦਿੱਤੇ ਹਨ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਆਰਡੀਨੈਂਸਿਸ ਨੂੰ ਰਿਜੈਕਟ ਕਰਦਾ ਹੈ।
ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ 5 ਜੂਨ ਨੂੰ ਜਦੋਂ ਇਹ ਆਰਡੀਨੈਂਸ ਆਇਆ ਤਾਂ ਉਸ ਵੇਲੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦੇਸ਼ ਦੀ ਸ਼ਾਨ ਮਾਨਯੋਗ ਅਟਲ ਬਿਹਾਰੀ ਵਾਜਪਾਈ ਦੀ ਗੱਲ ਚੇਤੇ ਕਰਵਾਈ ਸੀ ਕਿ ਆਰਡੀਨੈਂਸਸ ਅਸਾਧਾਰਨ ਵਕਤਾਂ ਤੇ ਆਉਂਦੀਆਂ ਹਨ। ਅਗਰ 2014 ਤੋਂ ਲੈ ਕੇ 2020 ਤੱਕ ਅਗਰ ਅੰਕੜੇ ਕੱਢੇ ਜਾਣ ਤਾਂ ਹਿੰਦੁਸਤਾਨ ਦੇ ਅੰਦਰ ਸਰਕਾਰ ਨੇ 10 ਬਿੱਲਾਂ ਮਗਰ 4 ਐਕਸਟਰਾ ਆਰਡੀਨਰੀ ਆਰਡੀਨੈਂਸਸ ਜਾਰੀ ਕੀਤੀਆਂ ਹਨ, ਜਿਹੜੀ ਕਿ ਐਵਰੇਜ ਪਹਿਲਾਂ ਕੇਵਲ ਇੱਕ ਅੱਧਾ ਆਰਡੀਨੈਂਸ ਹੋਇਆ ਕਰਦਾ ਸੀ। ਉਹਦੇ ਉੱਪਰ ਵੀ ਮਾਨਯੋਗ ਰਾਸ਼ਟਰਪਤੀ ਆਪਣਾ ਕਮੈਂਟ ਦਿਆ ਕਰਦੇ ਸਨ, ਨੈਗੇਟਿਵ ਔਰ ਪੋਜ਼ਿਟਿਵ, ਔਰ ਉਹਦੀ ਅਪਰੂਵਲ ਬਹੁਤ ਸਕਰੂਟਨਾਈਜੇਸ਼ਨ ਕਰਨ ਤੋਂ ਬਾਅਦ ਕੀਤੀ ਜਾਂਦੀ ਸੀ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਫੈਸਲਾ ਅਤੀ ਸ਼ਲਾਘਾਯੋਗ ਹੈ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਮੁਬਾਰਕਬਾਦ ਦਿੰਦਾ ਔਰ ਪੰਜਾਬ ਦੇ ਕਿਸਾਨ ਨੂੰ ਜਿਨ੍ਹਾਂ ਲਈ 27-28 ਵਾਰ ਪੰਜਾਬ ਦੇ ਪਾਣੀਆਂ ਤੋਂ ਲੈ ਕੇ ਪੰਜਾਬ ਦੇ ਸਮੂਹ ਮੁੱਦਿਆਂ ਤੱਕ ਸੰਘਰਸ਼ ਕੀਤਾ ਹੈ, ਉਹਨਾਂ ਨਾਲ ਡਟ ਕੇ ਇਸ ਮੁੱਦੇ ਤੇ ਅਸੀਂ ਖੜਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਖੇਤੀਬਾੜੀ ਆਰਡੀਨੈਂਸਾਂ ਨੂੰ ਲੈ ਕੇ ਜਿਹੜੇ 3 ਆਰਡੀਨੈਂਸ ਜੂਨ ਮਹੀਨੇ ਦੇ ਵਿੱਚ ਜਾਰੀ ਕੀਤੇ ਜਾਂਦੇ ਆ, ਜੁਲਾਈ ਦੇ ਵਿੱਚ ਇਹਨਾਂ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਂਦਾ ਹੈ। ਜਦੋਂ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਹੈ ਤਾਂ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਆਰਡੀਨੈਂਸ ਆਪਣੇ ਆਪ ਹੀ ਲਾਗੂ ਹੋ ਜਾਂਦੇ ਆ। ਆਉਣ ਵਾਲੀ ਫਸਲ ਹੈ ਜਿਹੜੀ ਉਸ ਦੀ ਜਦੋਂ ਵਾਢੀ ਹੋਣੀ ਹੈ ਤਾਂ ਉਦੋਂ ਵੀ ਇਹ ਲਾਗੂ ਹੋਣਗੇ, ਪਰ ਉਦੋਂ ਤੱਕ 6 ਮਹੀਨੇ ਦੇ ਦੌਰਾਨ ਆ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸੰਸਦ ਦੇ ਵਿੱਚ ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਫਿਰ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋਵੇਗਾ, ਨਹੀਂ ਤਾਂ ਉਨੀ ਦੇਰ ਜਿਹੜੇ ਨੋਟੀਫਿਕੇਸ਼ਨ ਕੀਤਾ ਗਿਆ ਤਾਂ ਆਰਡੀਨੈਂਸ ਵੀ ਲਾਗੂ ਹੋ ਸਕਦੇ ਆ। ਤਾਂ ਇਸ ਦਾ ਵੱਡਾ ਅਸਰ ਪੈਣਾ ਜਿਹੜਾ ਕਿ ਆਮ ਲੋਕਾਂ ਦੀ ਸਮਝ ਵਿੱਚ ਪਹਿਲਾਂ ਨਹੀਂ ਆ ਰਿਹਾ ਸੀ। ਪਹਿਲਾਂ ਕਿਸਾਨ ਝੋਨੇ ਦੀ ਲਵਾਈ ਵਿੱਚ ਜਿਹੜੇ ਵਿਅਸਤ ਸੀ, ਰੁੱਝੇ ਹੋਏ ਸੀ, ਪਰ ਉਸ ਤੋਂ ਬਾਅਦ ਜਦੋਂ ਲਵਾਈ ਦਾ ਕੰਮ ਬੰਦ ਹੁੰਦਾ ਹੈ ਤਾਂ ਫਿਰ ਜਿਹੜੀ ਬਗਾਵਤ ਹੈ ਸ਼ੁਰੂ ਹੋ ਜਾਂਦੀ ਹੈ। ਕਿਸਾਨ ਆਗੂ ਨੇ ਵੱਖ-ਵੱਖ ਜਥੇਬੰਦੀਆਂ ਉਹ ਪੂਰੇ ਦੇਸ਼ ਦੇ ਵਿੱਚ ਮੁਜ਼ਾਹਰਾ ਕਰਦੀਆਂ, ਖਾਸ ਕਰਕੇ ਪੰਜਾਬ ਦੇ ਵਿੱਚ ਜੇਲ੍ਹ ਭਰੋ ਅੰਦੋਲਨ ਤੱਕ ਦੀ ਨੌਬਤ ਆ ਜਾਂਦੀ ਹੈ। ਤੇ ਹੁਣ ਉਸੇ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਫੈਸਲਾ ਲਿਆ ਗਿਆ, ਇਸ ਨੂੰ ਬਦਲ ਦਿੱਤਾ ਗਿਆ ਫੈਸਲੇ ਨੂੰ, ਔਰ ਇਸ ਫੈਸਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਖੇਤੀਬਾੜੀ ਆਰਡੀਨੈਂਸਾਂ ਨੂੰ ਰਿਜੈਕਟ ਕੀਤਾ ਹੈ। ਪਰ ਸਵਾਲ ਇਹ ਹੈ ਕਿ ਰਿਜੈਕਟ ਜਦੋਂ ਨਹੀਂ ਕੀਤਾ ਜਾ ਰਿਹਾ ਸੀ, ਇਸ ਦੇ ਹੱਕ ਵਿੱਚ ਬੋਲਿਆ ਜਾ ਰਿਹਾ ਸੀ, ਉਦੋਂ ਕੀ ਦਲੀਲ ਸੀ ਉਹਨਾਂ ਦੀ? ਉਦੋਂ ਇਹ ਸੀ ਦਲੀਲ ਇੱਕੋ ਇੱਕ ਕਿ ਖੇਤੀਬਾੜੀ ਆਰਡੀਨੈਂਸਾਂ ਦੇ ਵਿੱਚ ਕਿਸਾਨਾਂ ਦੇ ਖਿਲਾਫ ਕੁਝ ਵੀ ਨਹੀਂ ਹੈ। ਜਿਨ੍ਹਾਂ ਨੇ ਖੇਤੀਬਾੜੀ ਆਰਡੀਨੈਂਸ ਨਹੀਂ ਪੜ੍ਹਿਆ ਉਹ ਪੜ੍ਹ ਕੇ ਆਉਣ, ਤੇ ਫਿਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਇੱਥੋਂ ਤੱਕ ਦਾਅਵਾ ਕੀਤਾ ਸੀ ਕਿ ਜੇਕਰ ਉਹਨਾਂ ਨੂੰ ਕੁਝ ਲੱਗਦਾ ਹੈ ਆਰਡੀਨੈਂਸ ਦੇ ਵਿੱਚ ਗਲਤ ਹੈ ਤਾਂ ਅਸੀਂ ਜਾ ਕੇ ਕੇਂਦਰ ਤੋਂ ਬਦਲਵਾ ਕੇ ਆਵਾਂਗੇ। ਇਸ ਗੱਲ ਦੀ ਵੀ ਉਹਨਾਂ ਨੇ ਦਲੀਲ ਦਿੱਤੀ ਸੀ, ਦਾਅਵਾ ਕੀਤਾ ਸੀ। ਪਰ ਹੁਣ ਜਦੋਂ ਉਹਨਾਂ ਨੇ ਰਿਜੈਕਟ ਕੀਤਾ ਤਾਂ ਹੁਣ ਉਹ ਵੇਖਣਾ ਹੋਵੇਗਾ, ਸੁਣਨ ਵਾਲਾ ਬਾਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ ਕਹਿੰਦੇ ਆ, ਕੀ ਦਲੀਲ ਦਿੰਦੇ ਆ ਕਿ ਆਖਿਰਕਾਰ ਉਹਨਾਂ ਨੇ ਰਿਜੈਕਟ ਕਿਉਂ ਕਰਨਾ ਪਿਆ। ਹਾਂ, ਹੋ ਸਕਦਾ ਹੈ ਕਿ ਜਿਵੇਂ ਅਸੀਂ ਪਹਿਲਾਂ ਗੱਲਬਾਤ ਕੀਤੀ ਕਿ ਕਿਤੇ ਨਾ ਕਿਤੇ ਮਜਬੂਰੀ ਬਣ ਗਈ ਹੋਵੇ, ਕਿਉਂਕਿ ਬਹੁਤ ਸਾਰੇ ਮੁੱਦੇ ਉਹਨਾਂ ਦੇ ਉੱਤੇ ਹਾਵੀ ਹੋ ਰਹੇ ਸੀ। ਕਾਂਗਰਸ ਸੱਤਾ ਦੇ ਵਿੱਚ ਹੈ, ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਵੱਡੀ ਢਾਹ ਲੱਗ ਸਕਦੀ ਹੈ, ਇਸ ਕਰਕੇ ਵੀ ਫੈਸਲਾ ਹੋ ਸਕਦਾ ਬਦਲਿਆ ਗਿਆ ਹੋਵੇ। ਤਾਂ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਫੈਸਲੇ ਦੇ ਵਿੱਚ ਬਦਲਾਅ ਕੀਤਾ ਗਿਆ ਹੋਵੇਗਾ। ਪਰ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਬਿਆਨ ਦੇ ਰਹੇ ਸੀ ਲਗਾਤਾਰ ਇਸ ਆਰਡੀਨੈਂਸ ਦੇ ਹੱਕ ਦੇ ਵਿੱਚ, ਪਰ ਹੁਣ ਕੋਰ ਕਮੇਟੀ ਨੇ ਫੈਸਲਾ ਬਦਲ ਲਿਆ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਜੁੜ ਚੁੱਕੇ ਨੇ। ਵਲਟੋਹਾ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਟੈਂਡ ਕਿਉਂ ਬਦਲ ਲਿਆ? ਕੀ ਦਲੀਲ ਹੈ ਤੁਹਾਡੇ ਕੋਲ? ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਨੂੰ ਜੋੜ ਸਕੀਏ ਤਾਂ ਕਿ ਉਹਨਾਂ ਤੋਂ ਸੁਣ ਤਾਂ ਸਕੀਏ ਆਖਿਰਕਾਰ ਕਿ ਦਲੀਲ ਕੀ ਹੈ, ਜਿਹੜਾ ਕਿ ਉਹ ਪਹਿਲਾਂ ਹੱਕ ਵਿੱਚ ਬੋਲ ਰਹੇ ਸੀ ਖੇਤੀਬਾੜੀ ਆਰਡੀਨੈਂਸਾਂ ਦੇ, ਪਰ ਹੁਣ ਅਚਾਨਕ ਇਹ ਫੈਸਲਾ ਕੋਰ ਕਮੇਟੀ ਦੇ ਵਿੱਚ ਲੈ ਲਿਆ ਗਿਆ ਕਿ ਆਖਿਰਕਾਰ ਹੁਣ ਦਲੀਲ ਕੀ ਹੈ। ਕੀ ਉਹਨਾਂ ਨੂੰ ਲੱਗਿਆ ਕਿ ਖੇਤੀਬਾੜੀ ਆਰਡੀਨੈਂਸ ਦੇ ਵਿੱਚ ਕਿਸਾਨਾਂ ਦੇ ਖਿਲਾਫ ਗੱਲਾਂ ਨੇ, ਇਸ ਕਰਕੇ ਇਸ ਖੇਤੀਬਾੜੀ ਆਰਡੀਨੈਂਸ ਨੇ ਜਿਹੜੇ ਇਹਨਾਂ ਨੂੰ ਰੱਦ ਕਰ ਦਈਏ ਜਾਂ ਰਿਜੈਕਟ ਕਰ ਦਈਏ? ਇਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਦਲੀਲ ਸੁਣ ਸਕੀਏ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਇਹ ਸੁਣ ਸਕੀਏ ਕਿ ਇਹ ਫੈਸਲਾ ਜਿਹੜਾ ਕਿ ਬਦਲਿਆ ਗਿਆ, ਇਸ ਤੋਂ ਪੈਰ ਪਿੱਛੇ ਹਟਾਏ ਗਏ ਹੈ, ਤਾਂ ਉਸ ਦੀ ਵਜ੍ਹਾ ਕੀ ਹੈ? ਸਾਡੇ ਨਾਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਜੁੜ ਚੁੱਕੇ ਨੇ।
ਵਲਟੋਹਾ ਸਾਹਿਬ, ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਤੁਹਾਡੀ ਪਾਰਟੀ ਨੇ ਆਪਣਾ ਸਟੈਂਡ ਬਦਲ ਰਿਹਾ ਹੈ, ਜਾਂ ਇਹ ਕਹਿ ਲਈਏ ਕਿ ਵਿਰੋਧੀ ਧਿਰ ਤਾਂ ਇੱਥੋਂ ਤੱਕ ਕਹਿ ਰਹੇ ਆ, ਆਮ ਆਦਮੀ ਪਾਰਟੀ ਜਾਂ ਹੋਰ ਜਿਹੜੀ ਕਾਂਗਰਸ ਖਾਸ ਕਰਕੇ, ਕਿ ਤੁਸੀਂ ਪੈਰ ਆਪਣੇ ਪਿੱਛੇ ਹੁਣ ਹਟਾ ਲਿਆ, ਤੇ ਇਸ ਦੀ ਵਜ੍ਹਾ ਕੀ ਮੰਨਦੇ ਹੋ? ਦੇਖੋ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦਾ ਮਦਈ ਰਿਹਾ ਹੈ। ਜਿੱਥੇ ਵੀ ਕਿਤੇ ਕਿਸਾਨੀ ਦੀ ਗੱਲ ਹੋਈ ਹੈ, ਮੋਹਰੇ ਹੋ ਕੇ ਲੜਾਈ ਲੜੀ ਹੈ, ਔਰ ਕਿਸਾਨੀ ਹਿੱਤਾਂ ਵਾਸਤੇ ਹਮੇਸ਼ਾ ਹੀ ਕਦਮ ਚੁੱਕੇ ਨੇ। ਜਿਹੜੇ ਇਹ ਖੇਤੀ ਆਰਡੀਨੈਂਸ ਆਏ ਨੇ, ਇਹਨਾਂ ਬਾਰੇ MSP ਬਾਰੇ ਕਿਸੇ ਤਰ੍ਹਾਂ ਦਾ ਭਾਵੇਂ ਜ਼ਿਕਰ ਨਹੀਂ, ਭਾਵੇਂ ਕਿ ਕੇਂਦਰੀ ਮੰਤਰੀ ਸਾਹਿਬਾਨ ਨੇ ਇਸ ਬਾਰੇ ਸਪਸ਼ਟ ਵੀ ਕਰ ਦਿੱਤਾ ਹੈ ਕਿ MSP ਜਿਹੜੀ ਹੈ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਜਾਰੀ ਰਹੇਗੀ। ਪਰ ਜਦੋਂ ਕਿਸਾਨੀ ਦੇ ਵਿੱਚ ਸ਼ੰਕੇ ਨੇ, ਕਿਸਾਨਾਂ ਨੂੰ ਇਹਦੇ ਉੱਤੇ ਕਈ ਤਰ੍ਹਾਂ ਦੇ ਅੰਦੇਸ਼ੇ ਨੇ, ਤੇ ਫਿਰ ਸ਼੍ਰੋਮਣੀ ਅਕਾਲੀ ਦਲ ਮਹਿਸੂਸ ਕਰਦਾ ਹੈ ਕਿ ਜਿੰਨਾ ਚਿਰ ਕਿਸਾਨਾਂ ਦੀ ਇਸ ਮੁਤਲਕ ਤਸੱਲੀ ਨਹੀਂ ਹੁੰਦੀ ਕਿ ਜਿਹੜੇ ਆਰਡੀਨੈਂਸ ਆਏ ਆ, ਇਹ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਜਿਹੜਾ ਨੁਕਸਾਨ ਕਿਸਾਨੀ ਨੂੰ ਹੋਏਗਾ, ਔਰ ਇਹ ਕਿਸਾਨ ਵਿਰੋਧੀ ਨੇ, ਤੇ ਕਿਸਾਨਾਂ ਦੀ ਤਸੱਲੀ ਹੋਣੀ ਬਹੁਤ ਜ਼ਰੂਰੀ ਹੈ। ਉਹਨੇ ਜਿਹੜੀ ਕੇਂਦਰ ਸਰਕਾਰ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਜਿਹੜੇ ਆਰਡੀਨੈਂਸ ਨੇ ਕਿਸਾਨ ਹਿਤੈਸ਼ੀ ਨੇ, ਇਹਦੇ ਨਾਲ ਕਿਸਾਨ ਦੀ ਆਮਦਨ ਵਧੇਗੀ, ਕਿਸਾਨ ਨੂੰ ਫਾਇਦਾ ਹੋਏਗਾ। ਤੇ ਦੂਜੇ ਬੰਨੇ ਜਿਹੜਾ ਕਿਸਾਨ ਨੇ ਉਹ ਇਹਦੇ ਉੱਤੇ ਸ਼ੱਕ ਕਰਦੇ ਨੇ, ਔਰ ਜਿਸ ਗੱਲ ਦਾ ਜ਼ਿਕਰ ਵੀ ਹੈ ਨਹੀਂ ਕਿ MSP ਆਉਣ ਵਾਲੇ ਸਮੇਂ 'ਚ ਖਤਮ ਹੋ ਜੂਗੀ। ਵਲਟੋਹਾ ਸਾਹਿਬ, ਸਵਾਲ ਤਾਂ ਇਹੀ ਹੈ, ਵਲਟੋਹਾ ਸਾਹਿਬ ਸਵਾਲ ਤਾਂ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਕਿਹੜੇ ਆਧਾਰ ਦੇ ਉੱਤੇ ਫੈਸਲੇ ਨੂੰ ਬਦਲਿਆ? ਕਿ ਕਿਸਾਨਾਂ ਦੇ ਕਰਕੇ ਬਦਲਿਆ? ਕਿਸਾਨਾਂ ਦੇ ਵਿੱਚ ਰੋਸ ਹੈ, ਲਗਾਤਾਰ ਸੜਕਾਂ ਦੇ ਉੱਤੇ ਨੇ। ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਕੋਈ ਵਿਚਾਰ ਜਾਂ ਵਜੂਦ ਨਹੀਂ ਹੈ ਕਿ ਉਹ ਕਿਉਂ ਰਿਜੈਕਟ ਕਰ ਰਿਹਾ? ਦੇਖੋ, ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸੰਬੰਧ ਹੈ, ਸ਼੍ਰੋਮਣੀ ਅਕਾਲੀ ਦਲ ਨੇ ਬਕਾਇਦਾ ਜਿਹੜੇ ਕੇਂਦਰੀ ਮੰਤਰੀਆਂ ਤੋਂ ਚਿੱਠੀਆਂ ਵੀ ਲਿਆਂਦੀਆਂ, ਉਹਨਾਂ ਕੋਲ ਬਕਾਇਦਾ ਪਬਲਿਕਲੀ ਅਨਾਉਂਸਮੈਂਟਾਂ ਵੀ ਕਰਵਾਈਆਂ ਕਿ ਜਿਹੜਾ ਕਿਸਾਨਾਂ ਦੇ ਵਿੱਚ ਸ਼ੰਕੇ ਪਾਏ ਜਾ ਰਹੇ ਆ ਕਿ MSP ਖਤਮ ਕੀਤੀ ਜਾਊ, ਹੋ ਸਕਦੀ ਆਉਣ ਵਾਲੇ ਸਮੇਂ 'ਚ ਜਿਹੜਾ ਇੱਕ ਪ੍ਰਭਾਵ ਜਾ ਰਿਹਾ ਸੀ ਕਿਸਾਨਾਂ ਦੇ ਵਿੱਚ, ਪਰ ਉਹ ਪ੍ਰਭਾਵ ਜਿਹੜਾ ਆ, ਉਹ ਸ਼ੰਕੇ ਜਿਹੜੇ ਆ ਕਿਸਾਨਾਂ ਦੇ ਦੂਰ ਨਹੀਂ ਹੋਏ। ਤਾਂ ਤੁਸੀਂ ਜਦੋਂ ਹੱਕ ਵਿੱਚ ਬੋਲ ਰਹੇ ਸੀ ਤਾਂ ਦੂਰ ਤਾਂ ਤੁਸੀਂ ਵੀ ਕਰ ਸਕਦੇ ਹੋ ਸ਼ੰਕੇ, ਕਿਸੇ ਆਧਾਰ ਦੇ ਉੱਤੇ ਤਾਂ ਹੱਕ ਵਿੱਚ ਬੋਲ ਰਹੇ ਸੀ ਨਾ, ਤੁਹਾਡੇ ਪ੍ਰਧਾਨ ਸਾਹਿਬ ਵੀ ਤੇ ਤੁਸੀਂ ਵੀ ਅਕਾਲੀ ਦਲ ਦੇ ਆਗੂ, ਤਾਂ ਤੁਸੀਂ ਵੀ ਸ਼ੰਕੇ ਦੂਰ ਕਰ ਸਕਦੇ ਸੀ, ਕਿਉਂਕਿ ਤੁਹਾਡੇ ਕੋਲ ਵੀ ਕੋਈ ਦਲੀਲ ਤਾਂ ਹੋਏਗੀ ਨਾ ਜਦੋਂ ਹੱਕ ਵਿੱਚ ਬੋਲ ਰਹੇ ਸੀ। ਤਾਂ ਤੁਸੀਂ ਇਸ ਨੂੰ ਰਿਜੈਕਟ ਕਰਨ ਦਾ ਰਾਹ ਕਿਉਂ ਚੁਣਿਆ? ਇੰਨੀ ਕਹੇ ਕਿ ਅਸੀਂ ਜਿਹੜੇ ਕਿਸਾਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ, ਕਿਸਾਨ ਜਥੇਬੰਦੀਆਂ ਵੱਲੋਂ ਗੱਲ ਕੀਤੀ ਜਾ ਰਹੀ ਸੀ, ਵਿਰੋਧੀ ਪਾਰਟੀਆਂ ਜਿਹੜੀਆਂ ਜੋ ਕਾਂਗਰਸ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਗੱਲ ਉਹਨਾਂ ਆਰਡੀਨੈਂਸਾਂ ਬਾਰੇ ਉਠਾਈ ਜਾ ਰਹੀ ਸੀ ਕਿ MSP ਖਤਮ ਹੋ ਰਹੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਕੇਂਦਰੀ ਮੰਤਰੀ ਨੇ, ਉਹਨਾਂ ਕੋਲੋਂ ਬਕਾਇਦਾ ਪ੍ਰੈਸ ਕਾਨਫਰੰਸਾਂ ਕਰਵਾ ਕੇ, ਅਨਾਉਂਸਮੈਂਟਾਂ ਕਰਵਾ ਕੇ, ਔਰ ਇੱਥੋਂ ਤੱਕ ਕਿ ਚਿੱਠੀਆਂ ਜਾਰੀ ਕਰਵਾ ਕੇ ਵੀ ਜਿਹੜੇ ਆ ਸ਼ੰਕੇ ਦੂਰ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ MSP ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ, MSP ਜਾਰੀ ਰਹੇਗੀ। ਪਰ ਉਹ ਜਿਹੜੇ ਸ਼ੰਕੇ ਨੇ ਅੱਜ ਵੀ ਮੌਜੂਦ ਨੇ ਕਿ ਜਿਹੜੇ ਆਰਡੀਨੈਂਸਾਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀ ਤਸੱਲੀ ਹੋਵੇ, ਲਿਖਤੀ ਤੌਰ ਤੇ ਸਾਨੂੰ ਕੇਂਦਰ ਸਰਕਾਰ ਵੱਲੋਂ ਹੋਵੇ ਕਿ ਜਿਹੜਾ MSP ਆ ਇਹ ਬਕਾਇਦਾ ਜਿਹੜੀ ਹੈ ਜਾਰੀ ਰਹੇਗੀ, ਫਿਰ ਕਿਸਾਨਾਂ ਦੀ ਤਸੱਲੀ ਹੋ ਸਕਦੀ ਹੈ। ਤੇ ਇਸ ਕਰਕੇ ਜਿਹੜਾ ਆ ਕਿ ਕਿਸਾਨਾਂ ਨੇ ਉਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਜਿਹੜੀਆਂ ਅਸੀਂ ਗੱਲਾਂ ਲਿਆਣ ਕੇ, ਚਿੱਠੀਆਂ ਲਿਆਣ ਕੇ ਦੂਰ ਕਰਨ ਦੀ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਜਿਹੜੀਆਂ ਅਨਾਉਂਸਮੈਂਟਾਂ ਕੇਂਦਰੀ ਮੰਤਰੀਆਂ ਨੇ ਕੀਤੀਆਂ, ਔਰ ਜਿਹੜੇ ਸ਼ੰਕੇ ਕਿਉਂਕਿ ਕਰ ਚੁੱਕੇ ਨੇ ਕਿਸਾਨੀ ਦੇ ਵਿੱਚ, ਤੇ ਜਿੰਨਾ ਜਿਹੜੇ ਸ਼ੰਕੇ ਦੂਰ ਨਹੀਂ ਹੁੰਦੇ, ਤੇ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਜਿਹੜੇ ਬਿੱਲ ਨੇ ਜਾਂ ਅਜਿਹਾ ਐਕਟ ਜਿਹੜਾ ਇਹ ਆਰਡੀਨੈਂਸਾਂ ਨੂੰ ਜਿਹੜਾ ਐਕਟ ਦਾ ਰੂਪ ਦਿੱਤਾ ਜਾ ਰਿਹਾ, ਉਹਨਾਂ ਚਿਰ ਪਾਰਲੀਮੈਂਟ ਦੇ ਵਿੱਚ ਨਾ ਲਿਆਂਦੇ ਜਾਣ। ਇਹਦੇ ਮਤਲਬ ਕਿ ਸੋਮਵਾਰ ਨੂੰ ਜਿਹੜਾ ਆ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਵਫਦ ਨੂੰ ਲੈ ਕੇ, ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਿਰਦੇਸ਼ਕ ਵੀ ਹੋਏਗੀ, ਤੇ ਮੰਤਰੀ ਸਾਹਿਬਾਨ ਵੀ ਹੋਣਗੇ, ਤੇ ਮੇਰਾ ਖਿਆਲ ਹੈ ਕਿ ਸ਼ੋਮ ਪ੍ਰਕਾਸ਼ ਜੀ ਹੋਣਗੇ, ਔਰ ਹੋਰ ਜਿਹੜੇ ਆਗੂ ਸਾਹਿਬਾਨ ਜਿਹੜੇ ਹੋਣਗੇ, ਉਹਨਾਂ ਨੂੰ ਲੈ ਕੇ ਜਿਹੜਾ ਜਿਹੜੀ ਕੇਂਦਰ ਸਰਕਾਰ ਆ ਉਹਦੇ ਨਾਲ ਉਹ ਵਫਦ ਮਿਲੇਗਾ। ਔਰ ਇਹੀ ਹੈ ਕਿ ਪਹਿਲੋਂ ਕਿਸਾਨਾਂ ਦੇ ਜਿਹੜੇ ਸ਼ੰਕੇ ਨੇ, ਉਹਨਾਂ ਨੂੰ ਜੋ ਸ਼ੱਕ ਪੈਦਾ ਹੋਏ ਨੇ, ਜਿਹੜੇ ਅੰਦੇਸ਼ੇ ਨੇ, ਜਿਹੜੇ ਖਤਰੇ ਮਹਿਸੂਸ ਕਰਦੇ ਨੇ, ਉਹ ਖਤਰੇ ਪਹਿਲੋਂ ਜਿਹੜੇ ਉਹਨਾਂ ਦੇ ਉਹ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਡਰ ਕੱਢੇ ਜਾਣ, ਤੇ ਫਿਰ ਜਿਹੜਾ ਇਹਨੂੰ ਐਕਟ ਦਾ ਰੂਪ ਦਿੱਤਾ ਜਾਏ। ਜੀ ਵਲਟੋਹਾ ਸਾਹਿਬ, ਮੇਰਾ ਤੁਹਾਨੂੰ ਆਖਰੀ ਸਵਾਲ ਹੈ ਕਿ ਕੋਰ ਕਮੇਟੀ ਦੇ ਵਿੱਚ ਕਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼ਾਮਲ ਸੀ? ਕੀ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਸਨ ਇਸ ਫੈਸਲੇ ਦੇ ਵਿੱਚ? ਦੇਖੋ, ਜਿਹੜੇ ਕੋਰ ਕਮੇਟੀ ਦੇ ਮੈਂਬਰ ਸਾਹਿਬਾਨ ਨੇ, ਇਹ ਤਾਂ ਨਹੀਂ ਮੈਨੂੰ ਪਤਾ ਕਿ ਸਾਰੇ ਸ਼ਾਮਲ ਕਿ ਨਹੀਂ ਸ਼ਾਮਲ, ਬਕਾਇਦਾ
ਕੋਰ ਕਮੇਟੀ ਹੈ ਔਰ ਜਿਹੜੀ ਇਹ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਪ੍ਰਧਾਨਗੀ ਦੇ ਥੱਲੇ ਹੋਈ। ਉਹਨਾਂ ਦੀ ਪ੍ਰਧਾਨਗੀ ਦੇ ਥੱਲੇ ਮੀਟਿੰਗ ਹੋਈ ਹੈ, ਉਸ ਵਿੱਚ ਹੀ ਫੈਸਲਾ ਲਿਆ ਗਿਆ ਜੀ ਜੀ। ਵਲਟੋਹਾ ਸਾਹਿਬ, ਸਾਡੇ ਨਾਲ ਜੁੜਨ ਲਈ, ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਦੇ ਵਿੱਚ ਹੋਈ, ਉਹਨਾਂ ਦੀ ਪ੍ਰਧਾਨਗੀ ਦੇ ਹੇਠ ਹੋਈ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਖੇਤੀਬਾੜੀ ਆਰਡੀਨੈਂਸ ਦੇ ਖਿਲਾਫ ਜਿਹੜਾ ਕਿ ਇਹ ਕਹਿ ਸਕਦੇ ਹਾਂ ਕਿ ਰਿਜੈਕਟ ਕਰ ਦਿੱਤੇ ਗਿਆ ਖੇਤੀਬਾੜੀ ਆਰਡੀਨੈਂਸ ਪੂਰੀ ਤਰ੍ਹਾਂ। ਪਰ ਇਹਨਾਂ ਦੇ ਮਾਇਨੇ ਕੀ ਹੈ, ਉਹਨਾਂ ਨੇ ਇਹ ਵੀ ਦੱਸਿਆ ਵਲਟੋਹਾ ਸਾਹਿਬ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਮਵਾਰ ਤੱਕ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰ ਦੇ ਨਾਲ ਮਿਲ ਕੇ ਇੱਕ ਵਫਦ ਦੇ ਨਾਲ ਮਿਲ ਕੇ ਮੀਟਿੰਗ ਵੀ ਕਰਨਗੇ, ਜਿਸ ਵਿੱਚ ਫਿਰ ਤਸੱਲੀ ਦਵਾਈ ਜਾਵੇਗੀ ਲੋਕਾਂ ਨੂੰ। ਉਹਨਾਂ ਨੇ ਦੱਸਿਆ ਕਿ ਅਸੀਂ ਲਿਖ ਕੇ ਚਿੱਠੀਆਂ ਵੀ ਕੇਂਦਰ ਤੋਂ ਲਿਆਂਦੀਆਂ ਪਰ ਕਿਸਾਨਾਂ ਨੂੰ ਤਸੱਲੀ ਨਹੀਂ ਹੋਈ, ਇਸ ਕਰਕੇ ਅਸੀਂ ਰਿਜੈਕਟ ਕੀਤੇ ਆ। ਪਰ ਉਹਨਾਂ ਨੇ ਇਹ ਗੱਲ ਫਿਰ ਵੀ ਸਪਸ਼ਟ ਚੰਗੀ ਤਰ੍ਹਾਂ ਨਹੀਂ ਕੀਤੀ ਕਿ ਆਖਰਕਾਰ ਉਹਨਾਂ ਦਾ ਆਪਣਾ ਵਜੂਦ ਕੀ ਹੈ, ਆਪਣਾ ਸਟੈਂਡ ਕੀ ਹੈ। ਕੀ ਕਿਸਾਨ ਹੀ ਸੜਕਾਂ ਤੇ ਉਤਰੇ ਇਸ ਕਰਕੇ ਉਹਨਾਂ ਨੇ ਰਿਜੈਕਟ ਕਰਨੇ ਪੈ ਗਏ? ਜੇ ਉਹ ਹੱਕ ਵਿੱਚ ਬੋਲ ਰਹੀ ਸੀ ਤੇ ਉਹਨਾਂ ਕੋਲ ਦਲੀਲ ਕੀ ਸੀ? ਇਸ ਨੂੰ ਲੈ ਕੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ। ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਸਕੀਏ। ਫਿਲਹਾਲ ਅਸੀਂ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਟੈਂਡ ਬਦਲ ਲਿਆ, ਪੈਰ ਪਿੱਛੇ ਖਿੱਚ ਲਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਹੁਣ ਤੱਕ ਦਲੀਲਾਂ ਦੇ ਰਹੀ ਸੀ ਕਿ ਅਸੀਂ ਖੇਤੀਬਾੜੀ ਆਰਡੀਨੈਂਸਾਂ ਦੇ ਹੱਕ ਵਿੱਚ ਆ, ਕੇਂਦਰ ਸਰਕਾਰ ਭਾਜਪਾ ਦੇ ਹੱਕ ਵਿੱਚ ਆ ਜਾਂ ਉਹਨਾਂ ਦੇ ਨਾਲ ਖੜੇ ਸੀ, ਹੁਣ ਉਹਨਾਂ ਨੇ ਪੈਰ ਪਿੱਛੇ ਖਿੱਚ ਲਿਆ ਤੇ ਇਸ ਦਾ ਜਿਹੜਾ ਹੈਗਾ ਅਸਰ ਉਹ ਦੇਖਣ ਨੂੰ ਬਹੁਤ ਵੱਡਾ ਤੇ ਵੱਡੇ ਪੱਧਰ ਦੇ ਉੱਤੇ ਮਿਲ ਸਕਦਾ ਹੈ ਕਿ ਉਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੇ ਵਿੱਚ ਵੀ ਕਿਤੇ ਨਾ ਕਿਤੇ ਮਨਮੁਟਾਵ ਹੈ ਜਿਹੜੇ ਉਹ ਪੈਦਾ ਹੋ ਸਕਦੇ ਆ, ਕਿਉਂਕਿ ਲਗਾਤਾਰ ਪਹਿਲਾਂ ਵੀ ਸਥਿਤੀ ਉਸ ਤਰ੍ਹਾਂ ਦੀ ਬਣੀ ਹੋਈ ਹੈ। ਅਸੀਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਕਿਸਾਨ ਲਗਾਤਾਰ ਸੜਕਾਂ ਤੇ ਨੇ, ਜੇਲ੍ਹ ਭਰੋ ਅੰਦੋਲਨ ਵੀ ਚੱਲ ਰਿਹਾ ਤੇ ਖੇਤੀਬਾੜੀ ਆਰਡੀਨੈਂਸ ਨੇ ਜਿਹੜੇ ਉਹਨਾਂ ਨੂੰ ਲੈ ਕੇ ਲਗਾਤਾਰ ਆ ਜਿਹੜੀ ਹੈ ਚਰਚਾ ਬਣੀ ਹੋਈ ਹੈ। ਖੇਤੀਬਾੜੀ ਆਰਡੀਨੈਂਸਾਂ ਨੂੰ ਲੈ ਕੇ ਉਸ ਦੇ ਵਿਰੋਧ ਦੇ ਵਿੱਚ ਕਿਸਾਨ ਸੜਕਾਂ ਤੇ ਨੇ, ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਹੁਣ ਤੱਕ ਇਸ ਤੋਂ ਪਹਿਲਾਂ ਇਹ ਜਾਣਕਾਰੀ ਸਾਂਝੀ ਤੁਹਾਡੇ ਨਾਲ ਜਦੋਂ ਤੋਂ ਅਸੀਂ ਕਰ ਰਹੇ ਹਾਂ ਇਸ ਤੋਂ ਪਹਿਲਾਂ ਹੱਕ ਵਿੱਚ ਸੀ ਸ਼੍ਰੋਮਣੀ ਅਕਾਲੀ ਦਲ ਖੇਤੀਬਾੜੀ ਆਰਡੀਨੈਂਸਾਂ ਦੇ। ਫਿਲਹਾਲ ਮੇਰੇ ਨਾਲ ਖੇਤੀਬਾੜੀ ਪੱਤਰਕਾਰ ਸਰਬਜੀਤ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਰਬਜੀਤ ਮੇਰੇ ਨਾਲ ਜੁੜ ਚੁੱਕੇ ਨੇ। ਸਰਬਜੀਤ, ਤੁਹਾਡੇ ਕੋਲ ਹੋਰ ਕੋਈ ਜਾਣਕਾਰੀ ਹੈ ਤਾਂ ਸਾਂਝੀ ਕਰੋ। ਹਾਂਜੀ ਸੰਦੀਪ, ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਕਿ ਰਾਤੋਂ ਰਾਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੈ ਉਹਨਾਂ ਨੇ ਇਹ ਫੈਸਲਾ ਲਿੱਤਾ ਹੈ। ਇਹਦਾ ਇਹ ਵੀ ਕਾਰਨ ਹੋ ਸਕਦਾ ਕਿ 14 ਤਰੀਕ ਨੂੰ ਜਿਹੜਾ ਪਾਰਲੀਮੈਂਟ ਸੈਸ਼ਨ ਹੈ ਉਸ ਦੇ ਵਿੱਚ ਹੁਣੇ ਮੈਂ ਜਿਹੜਾ ਇਹਨਾਂ ਦਾ ਜਿਹੜਾ ਉਸ ਦਿਨ ਲੋਕ ਸਭਾ ਦਾ ਬਿਜ਼ਨਸ ਆ ਉਹ ਪੜਿਆ ਵੀ ਉੱਥੇ ਕਿਹੜੇ ਜਿਹੜੇ ਕਾਨੂੰਨ ਆ ਉਹ ਰੱਖੇ ਜਾਣਗੇ। ਜਿਹੜੇ ਤਿੰਨੋਂ ਆਰਡੀਨੈਂਸ ਆ ਉਹਨਾਂ ਦੇ ਉਹ ਜਿਹੜੇ ਇੱਥੇ 14 ਤਰੀਕ ਨੂੰ ਇੰਟਰੋਡਿਊਸ ਕੀਤੇ ਜਾਣਗੇ ਤੇ ਹੋ ਸਕਦਾ ਇਹ 15 ਤਰੀਕ ਨੂੰ ਪਾਸ ਵੀ ਕੀਤੇ ਜਾਣ। ਮਤਲਬ ਇਹ ਅਗਲੇ ਸੋਮਵਾਰ ਨੂੰ ਇਹਨਾਂ ਉੱਤੇ ਵਿਚਾਰ ਚਰਚਾ ਜਿਹੜੀ ਕਿ ਇੱਕ ਨਾਮਾਤਰੀ ਹੋਊਗੀ ਕਿਉਂਕਿ ਇਹ ਪਹਿਲਾਂ ਤੋਂ ਹੀ ਸਭ ਕੁਝ ਤੈਅ ਹੈ ਤੇ ਗੱਲਬਾਤ ਕਰਨ ਤੋਂ ਬਾਅਦ ਇਹ ਹੋ ਸਕਦਾ 14 ਜਾਂ 15 ਨੂੰ ਇਹ ਜਿਹੜੇ ਤਿੰਨੋਂ ਆਰਡੀਨੈਂਸ ਹੈ ਇਹ ਪਾਸ ਕਰ ਦਿੱਤੇ ਜਾਣਗੇ ਤੇ ਇਹੀ ਕਾਰਨ ਹੈ ਸ਼ਾਇਦ ਕਿ ਉਸ ਤੋਂ ਕੱਲ ਦਾ ਵਿੱਚ ਇੱਕ ਐਤਵਾਰ ਦਾ ਦਿਨ ਆਉਂਦਾ ਤੇ ਅੱਜ ਸ਼੍ਰੋਮਣੀ ਕਮੇਟੀ ਨੇ ਜਿਹੜਾ ਅਕਾਲੀ ਦਲ ਹੈ ਉਹਨਾਂ ਨੇ ਇਹ ਫੈਸਲਾ ਲੈਤਾ ਕਿ ਜਿਹੜੇ ਅਸੀਂ ਕਿਸਾਨ ਵਿਰੋਧੀ ਆਰਡੀਨੈਂਸ ਜਿਹੜੇ ਆ ਅਸੀਂ ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਖੜੇ ਆ, ਕਿਸਾਨਾਂ ਦੇ ਨਾਲ ਖੜੇ ਆ। ਤੇ ਇੱਕ ਦਿਨ ਨਾਲ ਹੋ ਸਕਦਾ ਜਿੱਦਾਂ ਕਿ ਗੱਲਬਾਤ ਇਹ ਵੀ ਕਰ ਰਹੇ ਸੀ ਕਿ ਸੋਮਵਾਰ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਮਿਲਣਗੇ, ਮੀਟਿੰਗ ਹੋਊਗੀ, ਪਰ ਉਸ ਮੀਟਿੰਗ ਦਾ ਕੋਈ ਵਜੂਦ ਨਹੀਂ ਲੱਗਦਾ ਕਿਉਂਕਿ ਜਦੋਂ ਬਹਿਸ ਸੀ ਉਸ ਦੇ ਉੱਤੇ ਜਾਂ ਉਸ ਦੇ ਉੱਤੇ ਗੱਲਬਾਤ ਸੋਮਵਾਰ ਨੂੰ ਹੋ ਜਾਣੀ ਹੈ ਪਾਰਲੀਮੈਂਟ ਸੈਸ਼ਨ ਦੇ ਵਿੱਚ ਤੇ ਉਹ ਪਾਸ ਕਰ ਦਿੱਤੇ ਜਾਣਗੇ। ਜੀ ਸਰਬਜੀਤ, ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ। ਖੇਤੀਬਾੜੀ ਪੱਤਰਕਾਰ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਸਰਬਜੀਤ ਸਿੰਘ ਨੇ ਕਿ ਆਖਿਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕਿਉਂ ਬਦਲਿਆ। ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਮੌਜੂਦ ਨੇ ਜਗਮੀਤ ਸਿੰਘ ਬਰਾੜ ਜਿਨ੍ਹਾਂ ਨੇ ਵੀਡੀਓ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ। ਬਰਾੜ ਸਾਹਿਬ, ਖੇਤੀਬਾੜੀ ਆਰਡੀਨੈਂਸ ਦੇ ਖਿਲਾਫ ਤੁਹਾਨੂੰ ਜਾਣਾ ਪਿਆ, ਇਸ ਦੀ ਵਜ੍ਹਾ ਕੀ ਹੈ, ਆਧਾਰ ਕੀ ਹੈ? ਦੇਖੋ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਔਰ ਸੀਨੀਅਰ ਲੀਡਰਸ ਔਰ ਪ੍ਰਧਾਨ ਸਾਹਿਬ ਦੀ ਬਹੁਤ ਵੱਡੀ ਇਹ ਚਿੰਤਾ ਸੀ ਕਿ ਕਿਸ ਪ੍ਰਕਾਰ ਇਹ ਮੋੜ ਲੈ ਰਿਹਾ ਹੈ ਸਾਰੇ ਹਾਲਾਤ ਜਿਹੜੇ ਨੇ ਔਰ ਜੋ ਫੀਡਬੈਕ ਮਿਲਿਆ ਉਹਨਾਂ ਨੂੰ ਤਿੰਨਾਂ ਸਟੇਟਾਂ ਦੀਆਂ ਕਿਸਾਨ ਆਰਗੇਨਾਈਜੇਸ਼ਨਸ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਰਿਆਕਰਤਾ ਨੇ ਔਰ ਜਿਹੜੇ ਸਰਗਰਮ ਬਹੁਤ ਪੰਜਾਬ ਦੇ ਪਿੰਡਾਂ ਵਿੱਚ ਰਹਿਣ ਵਾਲੇ ਨੇ ਔਰ ਜੋ ਅਕਾਲੀ ਦਲ ਦੇ ਅਹੁਦੇਦਾਰ ਨੇ
ਉਹਨਾਂ ਨੇ ਸਾਰਿਆਂ ਨੇ ਫੀਡਬੈਕ ਦਿੱਤਾ ਕਿ ਜਿਹੜੀ ਪਬਲਿਕ ਪਰਸੈਪਸ਼ਨ ਹੈ, ਜਿਹੜੀ ਆਵਾਮ ਦੀ ਸੋਚ ਹੈ, ਔਰ ਜਿਹੜੇ ਆਰਥਿਕ ਮਾਹਰ ਨੇ, ਜੋ ਤੁਹਾਡੇ ਵਰਗੇ ਸੁਹਿਰਦ ਸਾਰੇ ਪੱਤਰਕਾਰ ਔਰ ਚੈਨਲਸ ਨੇ, ਉਹ ਸਾਰੇ ਇਸ ਬਾਰੇ ਆਪਣੀ ਜਾਣਕਾਰੀ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਨੇ। ਬੜੇ ਵਰਿਸ਼ਟ ਪੱਤਰਕਾਰ, ਵਰਿਸ਼ਟ ਆਰਥਿਕ ਵਿਗਿਆਨੀ, ਜਿਨ੍ਹਾਂ ਦੇ ਚਲੋ ਮੈਂ ਨਾਂ ਸਾਰਿਆਂ ਦੇ ਲੈਣ ਲੱਗਾ, ਬਹੁਤ ਸਮਾਂ ਲੱਗੇਗਾ, ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ, ਕਿਉਂਕਿ ਪੰਜਾਬ ਦੇ ਕਿਸਾਨ ਨੇ ਦੇਸ਼ ਦੇ ਅੰਨਦਾਤੇ ਦੇ ਰੂਪ ਵਿੱਚ ਬਹੁਤ ਵੱਡਾ ਯੋਗਦਾਨ ਪਾ ਕੇ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ ਹੈ, ਕਿਸਾਨ ਇਹ ਮਹਿਸੂਸ ਕਰਦੇ ਨੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ 12,000 ਪਿੰਡਾਂ ਵਿੱਚ ਪਹਿਲਾਂ ਧਰਨੇ ਵੀ ਲਾਏ ਸਨ, ਉਹਨਾਂ ਤੋਂ ਹੀ ਪ੍ਰਧਾਨ ਜੀ ਨੂੰ ਇਹ ਫੀਡਬੈਕ ਮਿਲਿਆ। ਉਹਨਾਂ ਨੇ ਕੋਰ ਕਮੇਟੀ 'ਚ ਖੁਦ ਆਪਣੇ ਹਿਰਦੇ ਨਾਲ ਇਹ ਗੱਲ ਕਹੀ। ਜੀ ਬਰਾੜ ਸਾਹਿਬ, ਤੁਸੀਂ ਦਲੀਲ ਦੇ ਰਹੇ ਹੋ ਕਿ ਬੁੱਧੀਜੀਵੀ ਵਰਗ ਦੇ ਵੱਲੋਂ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਆਈ, ਉਸ ਨੂੰ ਦੇਖਦਿਆਂ ਹੋਇਆਂ ਅਸੀਂ ਇਸ ਦੇ ਉੱਤੇ ਮੰਥਨ ਕੀਤਾ, ਵਿਚਾਰ ਕੀਤਾ। ਕਾਡਰ ਵੱਲੋਂ ਵੀ, ਅਕਾਲੀ ਦਲ ਦੇ ਕਾਡਰ ਵੱਲੋਂ ਵੀ, ਅਕਾਲੀ ਦਲ ਦਾ ਜਿਹੜਾ ਕਾਡਰ ਹੈ ਔਰ ਜਿਹੜੀ ਲੀਡਰਸ਼ਿਪ ਹੈ, ਉਹਨਾਂ ਵੱਲੋਂ ਵੀ ਸਮੁੱਚੀ ਲੀਡਰਸ਼ਿਪ ਇਸ ਗੱਲ ਲਈ ਜਦੋਂ ਖੇਤੀਬਾੜੀ ਆਰਡੀਨੈਂਸ ਇੰਟਰੋਡਿਊਸ ਹੁੰਦੇ ਆ ਬਰਾੜ ਸਾਹਿਬ, ਤੁਸੀਂ ਪਹਿਲੇ ਦਿਨ ਤੋਂ ਹੱਕ ਵਿੱਚ ਹੈਗੇ ਸੀ ਜਾਂ ਤੁਹਾਨੂੰ ਕਿਤੇ ਨਾ ਕਿਤੇ ਖਦਸ਼ਾ ਸੀ? ਦੇਖੋ ਇੱਥੇ ਹੀ ਤੁਹਾਡੀ ਅਣਜਾਣਪੁਣਾ ਹੈ। ਦੇਖੋ ਇਹ ਜਨਰਲ ਗੱਲ ਹੈ। 5 ਤਰੀਕ ਨੂੰ ਆਰਡੀਨੈਂਸ ਆਇਆ, ਤੁਸੀਂ ਮੇਰਾ 7 ਤਰੀਕ ਦਾ ਵੀਡੀਓ ਦੇਖੋ, ਉਹਦੇ ਵਿੱਚ ਇਹੀ ਗੱਲ ਕਹੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਰਾਏ ਕਰੇਗਾ ਪੰਜਾਬ ਦੇ ਵਿੱਚ, ਔਰ ਜੋ ਲੋਕਾਂ ਦਾ, ਆਵਾਮ ਦਾ, ਕਿਉਂਕਿ 100 ਵਰੇ ਉੱਤਰੀ ਭਾਰਤ ਦੇ ਔਰ ਦੇਸ਼ ਦੇ ਕਿਸਾਨ। ਬਰਾੜ ਸਾਹਿਬ, ਜਿਸ ਨੂੰ ਤੁਸੀਂ ਅਣਜਾਣਪੁਣਾ ਦੱਸ ਰਹੇ ਹੋ, ਤੁਹਾਡੇ ਪ੍ਰਧਾਨ ਸਾਹਿਬ ਲਗਾਤਾਰ ਹਰੇਕ ਮੰਚ ਦੇ ਉੱਤੇ ਕਹਿੰਦੇ ਨਹੀਂ ਸੀ ਥੱਕਦੇ ਕਿ ਖੇਤੀਬਾੜੀ ਆਰਡੀਨੈਂਸਾਂ ਦੇ ਵਿੱਚ ਕੁਝ ਵੀ ਖਿਲਾਫ ਨਹੀਂ ਹੈ। ਛੋਟੇ ਵੀਰ, ਉਹ 5 ਤਾਰੀਖ ਨੂੰ ਹੀ ਅਸੀਂ ਜਿਹੜਾ ਹੈ ਪਾਰਟੀ ਮੀਟਿੰਗ ਦੇ ਵਿੱਚ ਇੰਟਰਨਲ, ਉਹ ਗੱਲਾਂ ਬਾਹਰ ਹਰ ਗੱਲ ਨਹੀਂ ਹੋ ਸਕਦੀ ਹੁੰਦੀ, ਲੇਕਿਨ ਅਸੀਂ ਆਪਣੇ ਖਦਸ਼ੇ ਜਿਹੜੇ ਨੇ ਉਹ ਪਾਰਟੀ ਦੇ ਸਾਹਮਣੇ ਲੋਕਾਂ ਦੀ ਫੀਡਬੈਕ ਦਿੱਤੀ ਸੀ, ਉਹਦੇ ਤੇ ਵਰਕ ਕੀਤਾ ਪਾਰਟੀ ਨੇ ਉਹਨੇ ਰਿਅਲਾਈਜ਼ ਕੀਤਾ ਕਿ ਕਿਤੇ ਨਾ ਕਿਤੇ। ਫਿਰ ਤੁਸੀਂ ਇਹ ਮੰਨਦੇ ਹੋ ਤੁਹਾਡੇ ਪ੍ਰਧਾਨ ਸਾਹਿਬ ਕਾਹਲੀ ਕਰ ਰਹੇ ਸੀ ਬਿਆਨ ਦੇਣ 'ਚ, ਉਹਨਾਂ ਨੂੰ ਰੁਕ ਜਾਣਾ ਚਾਹੀਦਾ ਸੀ ਹੱਕ ਵਿੱਚ ਬੋਲਣ ਲਈ? ਆਪਣੇ ਪ੍ਰਧਾਨ ਸਾਹਿਬ ਨੇ ਤਾਂ ਇਹ ਫੈਸਲਾ ਲਿਆ ਕਿ ਉਹਨਾਂ ਨੇ ਮਹਿਸੂਸ ਕੀਤਾ, ਉਹਨਾਂ ਨੇ ਪੀੜਾ ਤੇ ਦੁੱਖ ਮਹਿਸੂਸ ਕੀਤੀ ਹੈ। ਮੈਂ ਇਹ ਗੱਲ ਕਿਉਂ ਕਹਾਂ, ਜਦੋਂ ਉਹਨਾਂ ਦਾ ਅੰਤਮ ਮਿਲਣਾ ਉਹਨਾਂ ਦੀ ਸਟੇਟਮੈਂਟ ਹੈ ਕੋਰ ਕਮੇਟੀ ਔਰ ਪ੍ਰੈਜ਼ੀਡੈਂਟ ਸਾਹਿਬ ਦੀ, ਲੇਕਿਨ ਇਹਦੇ 'ਚ ਇਹ ਹੈ ਕਿ ਵਫਦ ਵੀ ਮਿਲਣ ਜਾ ਰਿਹਾ ਦਿੱਲੀ, ਔਰ ਕੋਸ਼ਿਸ਼ ਉਪਰਾਲਾ ਇਹ ਹੈ ਕਿ ਬਿੱਲ ਇਹ ਨਹੀਂ ਹੋਣਾ ਚਾਹੀਦੇ ਆਰਡੀਨੈਂਸਿਸ, ਔਰ ਇਹ ਕਿਤੇ ਨਾ ਕਿਤੇ ਇਹਨੂੰ ਵਿਡਰਾਅ ਕਰਨਾ ਚਾਹੀਦਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਪੂਰਨ ਰੂਪ ਵਿੱਚ ਤਤਪਰ ਹੋ ਕੇ ਫੈਸਲਾ ਪ੍ਰਧਾਨ ਜੀ ਦਾ ਔਰ ਸਾਰੀ ਕੋਰ ਕਮੇਟੀ ਦਾ ਫੈਸਲਾ ਹੈ। ਅਸੀਂ ਇਸ ਬਹੁਤ ਸੰਵੇਦਨਸ਼ੀਲ ਮੁੱਦੇ ਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਤੇ ਪੰਜਾਬ ਦੀ ਮਿੱਟੀ ਨਾਲ ਖੜੋਣਾ ਚਾਹੁੰਦੇ ਹਾਂ। ਇਹ ਇੱਕ ਡੂੰਘਾਈ ਦੀ ਗੱਲ ਹੈ, ਇਹ ਕੋਈ ਪੁਆਇੰਟ ਸਕੋਰ ਕਰਨ ਦੀ ਗੱਲ ਨਹੀਂ ਹੈ। ਬਰਾੜ ਸਾਹਿਬ, ਇੱਥੇ ਜ਼ਰੂਰ ਸਾਂਝੀ ਕਰੋ ਜਾਣਕਾਰੀ ਕਿਸਾਨਾਂ ਦੇ ਨਾਲ, ਸਾਨੂੰ ਸੁਣ ਰਹੇ ਆ ਦਰਸ਼ਕ। ਪਰਸੈਪਸ਼ਨ ਜਿਹੜੀ ਹੈ ਉਹ ਗਲਤ ਹੋ ਸਕਦੀ ਹੈ, ਸਾਡੀ ਅਸੈਸਮੈਂਟ ਵੀ ਗਲਤ ਹੋ ਸਕਦੀ ਹੈ। ਤਾਂ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਟਿੱਪਣੀ ਕਰਨ ਵਾਲਿਆਂ ਦੀ ਅਸੈਸਮੈਂਟ ਗਲਤ ਹੋ ਸਕਦੀ ਹੈ। ਵੀ ਆਰ ਆਲ ਹਿਊਮਨ ਬੀਇੰਗ ਐਂਡ ਟੂ ਐਰਰ ਇਜ਼ ਹਿਊਮਨ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਟੋਟੈਲਿਟੀ ਦੇ ਵਿੱਚ ਹੁਣ ਅਕਾਲੀ ਦਲ ਨੂੰ ਫੀਡਬੈਕ ਮਿਲਿਆ, ਜਿਹੜਾ ਪ੍ਰਧਾਨਾਂ ਵੱਲੋਂ, ਬਲਾਕਾਂ ਵੱਲੋਂ, ਲੀਡਰਸ ਵੱਲੋਂ, ਔਰ ਅੱਜ ਦੀ ਕੋਰ ਕਮੇਟੀ ਦੇ ਮੈਜੋਰਿਟੀ ਸੀਨੀਅਰ ਮੋਸਟ ਲੀਡਰਸ ਵੱਲੋਂ, ਉਹ ਇਹੀ ਹੈ ਕਿ ਅਸੀਂ ਆਪਦੇ ਕੋਰ ਔਰ ਪ੍ਰਿੰਸੀਪਲ ਇਸ਼ੂ ਨੂੰ ਜਿਹੜਾ ਹੈ ਉਹ ਨਹੀਂ ਛੱਡ ਸਕਦੇ। ਜੀ ਬਰਾੜ ਸਾਹਿਬ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਆਖਿਰਕਾਰ ਹੁਣ ਤੁਸੀਂ ਜਦੋਂ ਮੰਥਨ ਕੀਤਾ, ਜਦੋਂ ਇਸ ਦੇ ਉੱਤੇ ਦੁਬਾਰਾ ਵਿਚਾਰ ਚਰਚਾ ਕੀਤੀ ਹੈ, ਤਾਂ ਕਿਹੜੀਆਂ ਗੱਲਾਂ ਤੁਹਾਨੂੰ ਲੱਗਦੀਆਂ ਖੇਤੀਬਾੜੀ ਆਰਡੀਨੈਂਸਾਂ ਦੇ ਵਿੱਚ ਕਿਸਾਨਾਂ ਦੇ ਖਿਲਾਫ ਨੇ? ਉਹ ਗੱਲਾਂ ਦਾ ਜ਼ਰੂਰ ਜ਼ਿਕਰ ਕਰੋ। ਹਾਂ, ਉਹਦਾ ਬੇਸਿਕ ਇਹ ਗੱਲ ਹੈ ਕਿ ਕਾਰਪੋਰੇਟ ਕਲਚਰ ਜੋ ਇੰਟਰੋਡਿਊਸ ਹੋਇਆ ਕੰਟਰੀ ਦੇ ਵਿੱਚ, ਇਕਨੋਮੀ ਕੰਟਰੀ ਦੀ ਸ਼ੈਟਰ ਹੋਈ ਵੀ ਹੈ। ਐਕਸਟਰਾ ਆਰਡੀਨਰੀ ਆਰਡੀਨੈਂਸਸ ਜਿਹੜੇ ਨੇ ਉਹ ਆਉਂਦੇ ਨੇ ਐਕਸਟਰਾ ਆਰਡੀਨਰੀ ਹਾਲਾਤਾਂ ਤੇ ਉਹਨਾਂ ਸਮਿਆਂ ਦੇ ਮੁਤਾਬਕ। ਫੋਰ ਐਗਜ਼ਾਮਪਲ ਚਾਈਨਾ ਅਗਰੈਸ਼ਨ ਤੇ ਆਉਂਦਾ, ਕੋਵਿਡ ਤੇ ਆਉਂਦਾ, ਲੇਕਿਨ ਇਹਨਾਂ ਆਰਡੀਨੈਂਸਸ ਨੂੰ ਪਾਰਲੀਮੈਂਟ ਵਿੱਚ ਪ੍ਰਜਾਤੰਤਰ ਦੀ ਪ੍ਰਣਾਲੀ ਤੇ ਮੰਦਰ ਹੈ ਪ੍ਰਜਾਤੰਤਰ ਦਾ। ਮੈਂ ਉਦੋਂ ਵੀ ਗੱਲ ਕਹੀ ਸੀ 3 ਮਹੀਨੇ ਪਹਿਲਾਂ, ਮੈਂ ਕੋਰ ਕਮੇਟੀ ਦਾ ਮੈਂਬਰ ਸੀ, ਮੈਂ ਬੇਨਤੀ ਉਦੋਂ ਵੀ ਕੀਤੀ ਸੀ ਔਰ ਸਹਿਮਤ ਸੀ ਸਾਰੇ ਕਿ ਇਹ ਐਕਸਟਰਾ ਆਰਡੀਨਰੀ ਆਰਡੀਨੈਂਸ ਲਿਆਉਣਾ ਇਹ ਪੰਜਾਬ ਦੇ ਵਡੇਰੇ ਹਿੱਤਾਂ ਦੇ ਵਿਰੁੱਧ ਹੈ। ਇਸ ਕਰਕੇ ਕੋਈ ਆਫਟਰ ਥਾਟ ਨਹੀਂ ਹੈ। ਤੁਸੀਂ ਬਰਾੜ ਸਾਹਿਬ ਨੁਕਤੇ ਸਾਂਝੇ ਕਰੋ ਕਿ ਖਿਲਾਫ ਕੀ ਹੈ ਕਿਸਾਨਾਂ ਦੇ ਇਸ ਵਿੱਚ? ਦੇਖੋ, ਤੁਸੀਂ ਹੁਣ ਸਾਰੇ ਨੁਕਤੇ ਉਹਦੇ 'ਚ ਮੈਂ ਪੜਨ ਲੱਗਾ ਤਾਂ ਉਹਦਾ ਨੁਕਤਾ ਸਭ ਤੋਂ ਵੱਡਾ ਇਹ ਹੈ ਕਿ ਸਾਰੇ ਦਾ ਸਾਰਾ ਜਿਹੜਾ ਪੰਜਾਬ ਦੀ ਕਿਸਾਨੀ ਨੇ ਹੁਣ ਤੱਕ ਦੇਸ਼ ਦੇ ਅੰਨਦਾਤੇ ਦੇ ਰੂਪ ਵਿੱਚ ਸਭ ਕੁਝ ਕੀਤਾ ਹੈ, ਇਸ ਸਿਸਟਮ ਦੇ
ਆਉਣ ਦੇ ਨਾਲ ਪੰਜਾਬ ਦਾ ਆਰਥਿਕ ਢਾਂਚਾ, ਪੰਜਾਬ ਦੀਆਂ ਮੰਡੀਆਂ, ਪੰਜਾਬ ਦੀ ਆਮਦਨੀ, ਪੰਜਾਬ ਦੇ ਲੋਕਾਂ ਦੀ ਜਿਹੜੀ ਕੰਕਰੈਂਟ ਲਿਸਟ ਦੇ ਵਿੱਚ ਐਗਰੀਕਲਚਰ ਹੈ, ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ। ਅਗਰ ਉਹ ਸਟੇਟ ਸਬਜੈਕਟ ਦੇ ਵਿੱਚ ਵੀ ਐਡੀ ਵੱਡੀ ਦਖਲਅੰਦਾਜ਼ੀ ਹੋ ਗਈ, ਅਸੀਂ ਐਗਰੇਰੀਅਨ ਸਟੇਟ ਹੈ, MSP ਤਾਂ ਬਹੁਤੀਆਂ ਸਟੇਟਾਂ 'ਚ ਹੈ ਹੀ ਨਹੀਂ। ਉੱਤਰ ਪ੍ਰਦੇਸ਼ ਹੋ ਗਿਆ, ਹਰਿਆਣਾ ਹੋ ਗਿਆ, ਪੰਜਾਬ ਹੋ ਗਿਆ, ਬਾਕੀ ਸਟੇਟਾਂ ਦੇ ਵਿੱਚ ਤਾਂ ਕੋਈ MSP ਦਾ ਬਹੁਤਾ ਚਿੰਤਾ ਹੀ ਨਹੀਂ ਹੈ ਕਿਸੇ ਨੂੰ। ਸਾਨੂੰ ਜ਼ਰੂਰ ਚਿੰਤਾ ਹੈ ਕਿ ਇਹ ਇੱਕ ਵਾਰੀ ਖਰੀਦੀ ਜਾਏਗੀ ਫਸਲ, ਉਸ ਤੋਂ ਬਾਅਦ ਦੁਬਾਰਾ ਮੈਂ ਕੌਣ ਔਰ ਤੂੰ ਕੌਣ ਔਰ ਕੌਣ ਫਿਰ ਸੰਭਾਲੇਗਾ ਐਡੇ ਵੱਡੇ ਕ੍ਰਾਈਸਿਸ ਨੂੰ। ਇਹ ਕੰਟਰੀ ਦਾ ਕ੍ਰਾਈਸਿਸ ਹੈ। ਮੈਂ ਇਹ ਸਮਝਦਾ ਕਿ ਇਹ ਗਲਤੀ ਭਾਰਤੀ ਜਨਤਾ ਪਾਰਟੀ ਤੋਂ ਵੀ ਹੋ ਸਕਦੀ ਹੈ, ਉਹਨਾਂ ਤੋਂ ਵੀ ਐਰਰ ਹੋ ਸਕਦਾ ਹੈ, ਉਹਨਾਂ ਨੂੰ ਇਹਨੂੰ ਰਿਵਿਊ ਕਰਨਾ ਚਾਹੀਦਾ ਹੈ। ਇਹ ਸਾਡੀ ਮੰਗ। ਤਾਂ ਕੋਰ ਕਮੇਟੀ ਵੀ ਜਦੋਂ ਫੈਸਲਾ ਲਿਆ ਗਿਆ, ਇਸ ਗੱਲ ਦੀ ਵੀ ਚਰਚਾ ਹੋਣੀ ਸੁਭਾਵਕ ਹੈ ਕਿ ਗੱਠਜੋੜ ਦੇ ਉੱਤੇ ਅਸਰ ਪੈ ਸਕਦਾ, ਟੁੱਟ ਸਕਦਾ ਹੈ। ਦੇਖੋ, ਗੱਠਜੋੜ ਦਾ ਇਹਦੇ ਨਾਲ ਕੀ ਸੰਬੰਧ ਹੈ? ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਅਲਾਇੰਸ ਪਾਰਟਨਰ ਨੇ, ਰੀਜਨਲ ਜਿਹੜੀਆਂ ਐਸਪੀਰੇਸ਼ਨਸ ਨੇ, ਜਿਹੜੀਆਂ ਆਵਾਮ ਦੀਆਂ ਇੱਕ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨੇ, ਉਹਨੂੰ ਐਕਸਪ੍ਰੈਸ ਕਰੇਗੀ ਪਾਰਟੀ ਉਹਨਾਂ ਦੇ ਸਾਹਮਣੇ। ਕਿ ਸਾਡੇ ਲਈ ਇੱਕ ਐਡੀ ਵੱਡੀ ਮੁਸ਼ਕਿਲ ਤੁਸੀਂ ਖੜੀ ਕਰਦੇ ਹੋ ਕਿ ਜਿਹੜੀਆਂ ਫੋਰਸਿਸ ਅੱਜ ਲੋਕਾਂ ਤੋਂ ਆਈਸੋਲੇਟਡ ਨੇ, ਉਹ ਫੋਰਸਿਸ ਗੇਨ ਕਰਨਗੀਆਂ ਇਸ ਮੁੱਦੇ ਦੇ ਉੱਤੇ। ਇਸ ਕਰਕੇ ਅਸੀਂ ਸਮਝਾਉਣ ਦਾ ਪਾਰਟੀ ਯਤਨ ਕਰੇਗੀ। ਇਸ ਦੇ ਲਈ ਡੈਲੀਗੇਸ਼ਨ ਜਾ ਰਿਹਾ ਤੇ ਜੇ ਨਹੀਂ ਮੰਨਣਗੇ ਤਾਂ ਸਾਡਾ ਸਟੈਂਡ ਬਿਲਕੁਲ ਦ੍ਰਿੜ ਹੈ ਔਰ ਬਿਲਕੁਲ ਪੁਖਤਾ ਹੈ ਕਿ ਅਸੀਂ ਇਹਨਾਂ ਆਰਡੀਨੈਂਸਸ ਨੂੰ ਪੰਜਾਬ ਦੇ ਵਡੇਰੇ ਹਿੱਤਾਂ ਵਿੱਚ ਸਪੋਰਟ ਨਹੀਂ ਕਰਦੇ। ਜਦੋਂ ਵਫਦ ਮਿਲੇਗਾ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ, ਤਾਂ ਜਦੋਂ ਕੇਂਦਰ ਸਰਕਾਰ ਆਪਣੀਆਂ ਦਲੀਲਾਂ ਰੱਖੇਗੀ ਤਾਂ ਕਿਤੇ ਨਾ ਕਿਤੇ ਫੈਸਲੇ ਦੇ ਉੱਤੇ ਸਹਿਮਤੀ ਬਣ ਸਕਦੀ ਹੈ। ਨਹੀਂ, ਮੈਂ ਇਹ ਸਮਝਦਾ ਕਿ ਇਹਦੇ ਬਾਰੇ ਤਾਂ ਉਸ ਵੇਲੇ ਹੀ ਮੇਰੇ ਨਾਲ ਪਾਰਟੀ ਦੇ ਪ੍ਰੈਜ਼ੀਡੈਂਟ ਨੂੰ ਅਖਤਿਆਰ ਹੋਏਗਾ ਜੋ ਉਹ ਮੇਰੇ ਨਾਲ ਲੈਣਗੇ। ਲੇਕਿਨ ਜਿੱਥੋਂ ਤੱਕ ਇੱਕ ਕੰਸੈਂਸਸ ਪੰਜਾਬ ਦੀ ਕਾਡਰ, ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਔਰ ਪ੍ਰਧਾਨ ਜੀ ਦਾ ਖੁਦ ਜਿਹੜਾ ਵਿਊ ਹੈ ਉਹ ਇਹ ਹੈ ਕਿ ਆਪਾਂ ਇਸ ਮੌਕੇ ਤੇ ਇਸ ਇਸ਼ੂ ਤੇ ਐਂਟੀ ਫਾਰਮਰ, ਐਂਟੀ ਪੀਪਲ, ਐਂਟੀ ਕੰਜ਼ਿਊਮਰ, ਐਂਟੀ ਆਰਟੀਆਰ ਨਹੀਂ ਹੋ ਸਕਦੇ। ਜੇਕਰ ਸੰਸਦ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸੈਸ਼ਨ ਦੇ ਵਿੱਚ ਕਾਨੂੰਨ ਦਾ ਰੂਪ ਅਖਤਿਆਰ ਕਰ ਜਾਂਦਾ ਹੈ ਆਰਡੀਨੈਂਸ, ਤਾਂ ਫਿਰ ਕੀ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਨਾਲ ਸੜਕਾਂ ਤੇ ਉਤਰੇਗੀ? ਇਹਦੇ ਬਾਰੇ ਪ੍ਰਧਾਨ ਜੀ ਹੋਰੀ ਅਜੇ 14 ਤਾਰੀਖ ਹੈਗੀ ਹੈ, ਇਹਦੇ ਬਾਰੇ ਅੰਤਮ ਨਿਰਣਾ ਤਾਂ ਪਾਰਟੀ ਪ੍ਰੈਜ਼ੀਡੈਂਟ ਨੇ ਲੈਣਾ ਹੈ। ਲੇਕਿਨ ਪਾਰਟੀ ਪ੍ਰੈਜ਼ੀਡੈਂਟ ਬਹੁਤ ਦ੍ਰਿੜ ਨੇ ਇਸ ਇਸ਼ੂ ਤੇ। ਉਹ ਆਪਦੀ ਮਹਾਨ ਵਿਰਾਸਤ ਜਿਹੜੀ ਉਹਨਾਂ ਕੋਲੇ ਪੰਜਾਬ ਦੀ ਕਿਸਾਨੀ ਲਈ 70 ਵਰਿਆਂ ਤੋਂ ਅਕਾਲੀ ਦਲ ਲੜ ਰਿਹਾ ਹੈ, ਉਸ ਵਿਰਾਸਤ ਦੀ ਕੰਟੀਨਿਊਟੀ ਔਰ ਉਹਨੂੰ ਸੰਭਾਲਣਾ ਜਿਹੜਾ ਹੈ, ਪ੍ਰਧਾਨ ਜੀ ਨੇ ਖੁਦ ਕਿਹਾ ਕਿ ਮੇਰੇ ਸਿਰ ਤੇ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਹੈ ਜੀ। ਪਰ ਸੰਭਾਵਨਾ ਤਾਂ ਫਿਰ ਵੀ ਲੈ ਕੇ ਚੱਲਣੀ ਪੈਂਦੀ ਹੈ ਨਾ। ਜੇ ਹੱਕ ਵਿੱਚ ਜਾਂਦੇ ਹੋ ਕੇਂਦਰ ਸਰਕਾਰ ਦੇ ਤਾਂ ਫਿਰ ਹੱਕ ਵਿੱਚ ਕਾਹਦੇ ਲਈ ਜਾਣਾ ਹੈ? ਹੱਕ ਵਿੱਚ ਤਾਂ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਤੇ ਵਿਰੋਧ ਵਿੱਚ ਜੇਕਰ ਉਹ ਕਾਨੂੰਨ ਬਣਾ ਲੈਂਦੇ ਆ ਤਾਂ ਫਿਰ ਕੀ ਕਿਸਾਨਾਂ ਦੇ ਨਾਲ ਸੜਕਾਂ ਤੇ ਉਤਰੇਗਾ? ਬਣਾਉਣ ਦੀ ਗੱਲ ਬਾਤ ਹੀ ਹੈ। ਇਹਦੇ ਬਾਰੇ ਮੇਰੇ ਨਾਲ ਪਾਰਟੀ ਲਏਗੀ, ਪਾਰਟੀ ਦੇ ਸੀਨੀਅਰ ਲੀਡਰਸ ਲੈਣਗੇ। ਸੈਕਟਰੀ ਜਨਰਲ ਉਧਰ ਸਾਹਿਬ ਨੇ ਆਪਣੇ ਬਹੁਤ ਆਪਣੀ ਪੁਖਤਾ ਦਲੀਲ ਨਾਲ ਆਪਦੇ ਵਿਊਜ਼ ਪੇਸ਼ ਕੀਤੇ ਹੈ। ਉਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਹੈ ਉੱਥੇ ਕੀ ਥਿੰਕਿੰਗ ਹੈ, ਸਾਡੀ ਕੀ ਥਿੰਕਿੰਗ ਹੈ। ਉਹ ਸੀਨੀਅਰ ਲੀਡਰ ਜਿਹੜੇ ਜਾਣਗੇ ਡੈਲੀਗੇਸ਼ਨ ਦੇ ਵਿੱਚ, ਉਹ ਨਿਰਣਾ ਲੈਣ ਜੀ। ਸ਼ੁਕਰੀਆ ਬਰਾੜ ਸਾਹਿਬ। ਥੈਂਕ ਯੂ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੀਡੀਓ ਵੀ ਜਾਰੀ ਕੀਤੀ, ਜਿਹੜੀ ਅਸੀਂ ਤੁਹਾਡੇ ਨਾਲ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਦਲੀਲ ਦੇ ਰਹੇ ਆ ਕਿ ਅਸੀਂ ਕਿਉਂ ਰਿਜੈਕਟ ਕੀਤੇ ਆ ਖੇਤੀਬਾੜੀ ਆਰਡੀਨੈਂਸ। ਆਖਿਰਕਾਰ ਇਹ ਫੈਸਲਾ ਕਿਉਂ ਬਦਲਣਾ ਪੈ ਰਿਹਾ? ਕਿਉਂਕਿ ਆਗਾਮੀ ਸੈਸ਼ਨ ਹੈ ਜਿਹੜਾ ਸੰਸਦ ਦਾ, ਉਹ ਵੀ ਆਉਣ ਜਾ ਰਿਹਾ। ਉਸ ਦੇ ਵਿੱਚ ਜਿਵੇਂ ਮੇਰੇ ਸਾਥੀ ਸਹਿਯੋਗੀ ਪੱਤਰਕਾਰ, ਖੇਤੀਬਾੜੀ ਪੱਤਰਕਾਰ ਸਰਬਜੀਤ ਸਿੰਘ ਨੇ ਇਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਪਹਿਲੇ ਦਿਨ ਜਿਹੜੀ ਉਹਨਾਂ ਨੇ ਇੰਟਰਨੈਟ ਦੇ ਉੱਤੇ ਲਿਸਟ ਪਾਈ ਹੈ, ਉਸ ਦੇ ਵਿੱਚ ਵੀ ਇੰਟਰੋਡਿਊਸ ਕਰਵਾਉਣ ਜਾ ਰਹੇ ਆ 14 ਸਤੰਬਰ ਨੂੰ, ਜਿਸ ਦੇ ਵਿੱਚ 3 ਖੇਤੀਬਾੜੀ ਆਰਡੀਨੈਂਸ ਹੋਣਗੇ ਔਰ ਉਸ ਨੂੰ ਕਾਨੂੰਨ ਦਾ ਰੂਪ ਵੀ ਦਿੱਤਾ ਜਾ ਸਕਦਾ ਹੈ। ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲਗਾਤਾਰ ਕਹਿ ਰਹੇ ਆ ਕਿ ਸਾਡੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਇੱਕ ਵਫਦ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲੇਗਾ, ਜਿਸ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਹੋਵੇਗੀ ਕਿ ਇਹਨਾਂ ਨੂੰ ਵਾਪਸ ਲੈ ਲਿਆ ਜਾਵੇ। ਜੇਕਰ ਵਾਪਸ ਨਹੀਂ ਲਿਆ ਜਾਂਦਾ ਤਾਂ ਫਿਰ ਕੀ ਫੈਸਲਾ ਹੋਵੇਗਾ? ਉਹਨਾਂ ਨੇ ਵੀ ਦੱਸਿਆ ਕਿ ਜੋ ਸਾਡੇ ਪ੍ਰਧਾਨ ਫੈਸਲਾ ਕਰਨਗੇ ਅਸੀਂ ਉਸ ਦੇ ਉੱਤੇ ਚੱਲਣ ਲਈ ਤਿਆਰ ਹਾਂ। ਪਰ ਹੁਣ ਅਕਾਲੀ ਦਲ ਲਈ ਇੱਕ ਸਥਿਤੀ ਹੈ ਜਿਹੜੀ ਬੜੀ ਗੁੰਝਲਦਾਰ ਬਣ ਗਈ ਹੈ। ਗੁੰਝਲਦਾਰ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਸ ਤੋਂ ਪਹਿਲਾਂ ਲਗਾਤਾਰ ਦਲੀਲਾਂ ਇਹ ਦਿੱਤੀਆਂ ਗਈਆਂ ਕਿ ਕੁਝ ਵੀ ਖੇਤੀਬਾੜੀ ਆਰਡੀਨੈਂਸਾਂ ਦੇ ਵਿੱਚ ਗਲਤ ਨਹੀਂ ਹੈ, ਖਿਲਾਫ ਨਹੀਂ ਹੈ ਕਿਸਾਨਾਂ ਦੇ, ਪਰ ਇੱਕਦਮ ਫੈਸਲਾ ਬਦਲਣਾ ਪੈ ਜਾਂਦਾ। ਜਿਵੇਂ ਕਿ ਜਗਮੀਤ ਸਿੰਘ ਬਰਾੜ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ, ਉਹਨਾਂ ਨੇ ਕਿਹਾ ਕਿ ਅਸੀਂ ਇਸ ਤੋਂ ਪਹਿਲਾਂ ਪਾਰਟੀ ਦੇ ਅੰਦਰ ਵੀ ਕਿਤੇ ਨਾ ਕਿਤੇ ਵਿਚਾਰ ਵਟਾਂਦਰਾ ਕਰ ਰਹੇ ਸੀ ਕਿ ਸਾਨੂੰ ਇਹਨਾਂ ਦੇ ਹੱਕ ਵਿੱਚ ਜਾਂ ਨਹੀਂ ਹੋਣਾ ਚਾਹੀਦਾ ਜਾਂ ਹੋਣਾ ਚਾਹੀਦਾ ਤੇ ਕਿਸ ਆਧਾਰ ਦੇ ਉੱਤੇ ਹੋਣਾ ਚਾਹੀਦਾ। ਪਰ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ
ਉਹਨਾਂ ਨੇ ਫਿਰ ਕਿਹੜੇ ਆਧਾਰ ਦੇ ਉੱਤੇ ਬਿਆਨ ਦਾਗੇ ਜਾਂ ਹਰ ਮੰਚ ਤੋਂ ਇਹ ਦਲੀਲ ਕਿਉਂ ਦਿੱਤੀ ਕਿ ਇਸ ਦੇ ਵਿੱਚ ਕੁਝ ਵੀ ਕਿਸਾਨਾਂ ਦੇ ਖਿਲਾਫ ਨਹੀਂ ਹੈ। ਪਰ ਹੁਣ ਇਹਦਾ ਜਵਾਬ ਉਹੀ ਦੇ ਸਕਦੇ ਆ ਤੇ ਜਿਵੇਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੋਮਵਾਰ ਤੱਕ ਵਫਦ ਮਿਲੇਗਾ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਂ ਆਪਣੀ ਭਾਈਵਾਲ ਪਾਰਟੀ ਦੇ ਨੁਮਾਇੰਦਿਆਂ ਨੂੰ, ਤਾਂ ਉਦੋਂ ਹੀ ਪਤਾ ਲੱਗੇਗਾ ਕਿ ਇਸ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ। ਫਿਲਹਾਲ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਇੰਟਰੋਡਿਊਸ ਜਿਹੜੇ ਕੀਤੇ ਗਏ 3 ਬਿੱਲ ਕਹਿ ਲਿਓ ਜਾਂ ਆਰਡੀਨੈਂਸ ਕਹਿ ਲਓ, ਜਿਸ ਦੇ ਵਿੱਚ ਇੱਕ 65 ਸਾਲ ਪੁਰਾਣਾ ਜਿਹੜਾ ਕਾਨੂੰਨ ਹੈਗਾ ਉਸ ਦੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ, ਜਿਹੜਾ ਕਿ ਜ਼ਰੂਰੀ ਵਸਤਾਂ ਬਾਰੇ ਕਾਨੂੰਨ ਹੈ ਉਸ ਦੇ ਵਿੱਚ ਵੀ ਤਬਦੀਲੀ ਕੀਤੀ ਗਈ। 2 ਨਵੇਂ ਬਿੱਲ ਵੀ ਜਿਹੜੇ ਜਾਰੀ ਕੀਤੇ ਗਏ, ਜਿਸ ਦੇ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਕਿਸਾਨ ਸੜਕਾਂ ਦੇ ਉੱਤੇ ਉਤਰੇ ਹੋਏ ਨੇ, ਜਿਸ ਦੇ ਵਿੱਚ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਵੀ ਹੁੰਦਾ ਹਰਿਆਣਾ ਸੂਬੇ ਦੇ ਅੰਦਰ ਔਰ ਪੰਜਾਬ ਸੂਬੇ ਦੇ ਅੰਦਰ ਲਗਾਤਾਰ ਜਿਹੜਾ ਕਿ ਵਿਰੋਧ ਦਾ ਮਾਹੌਲ ਬਣਿਆ ਹੋਇਆ ਕੇਂਦਰ ਸਰਕਾਰ ਦੇ ਖਿਲਾਫ। ਕਿਸਾਨ ਨੇ ਜਿਹੜੇ ਜੇਲ੍ਹ ਭਰੋ ਅੰਦੋਲਨ ਤੱਕ ਕਰ ਰਹੇ ਨੇ ਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਸੱਦੇ ਵੀ ਦਿੱਤੇ ਗਏ ਆਉਣ ਵਾਲੇ ਸਮੇਂ ਦੇ ਵਿੱਚ 14 ਤਰੀਕ ਨੂੰ ਹੈ ਜਿਹੜਾ ਨੈਸ਼ਨਲ ਹਾਈਵੇ ਵੀ ਜਾਮ ਕਰਨ ਦੀ ਗੱਲ ਕਹੀ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਫੈਸਲਾ ਜਿਹੜਾ ਉਹ ਹੁਣ ਬਦਲ ਲਿਆ, ਪੈਰ ਪਿੱਛੇ ਹਟਾ ਲਏ ਨੇ। ਫਿਲਹਾਲ ਇਸ ਜਾਣਕਾਰੀ ਦੇ ਬਾਬਤ ਅਸੀਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਖੇਤੀਬਾੜੀ ਆਰਡੀਨੈਂਸਾਂ ਨੂੰ ਲੈ ਕੇ ਆਪਣਾ ਫੈਸਲਾ ਬਦਲਿਆ। ਪਹਿਲਾਂ ਉਹ ਹੱਕ ਵਿੱਚ ਸੀ ਤੇ ਹੁਣ ਉਹਨਾਂ ਨੇ ਰਿਜੈਕਟ ਕੀਤੇ ਆ, ਕਿਹੜੇ ਆਧਾਰ ਤੇ ਕੀਤੇ ਆ ਉਹ ਵੀ ਅਸੀਂ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਕਿਸਾਨਾਂ ਦੇ ਨਾਲ ਜਿਹੜਾ ਵੀ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਫੈਸਲਾ ਆਇਆ ਉਸ ਬਾਬਤ ਵੀ ਖੇਤੀਬਾੜੀ ਜਗਬਾਣੀ ਖੇਤੀਬਾੜੀ ਚੈਨਲ ਦੇ ਜ਼ਰੀਏ ਤੁਹਾਡੇ ਨਾਲ ਹਰ ਜਾਣਕਾਰੀ ਸਾਂਝੀ ਕੀਤੀ ਹੈ ਤੇ ਹੁਣ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਕਾਲੀ ਦਲ ਦੇ ਵੱਲੋਂ ਇਹ ਜਿਹੜਾ ਫੈਸਲਾ ਕੋਰ ਕਮੇਟੀ ਦੇ ਵਿੱਚ ਬਦਲਿਆ ਗਿਆ ਉਸ ਦਾ ਕੀ ਆਧਾਰ ਹੈ। ਜਗਮੀਤ ਸਿੰਘ ਬਰਾੜ ਜਿਨ੍ਹਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ, ਉਹਨਾਂ ਨਾਲ ਅਸੀਂ ਹੁਣੇ ਵੀ ਗੱਲ ਕਰਕੇ ਹਟੇ ਹਾਂ ਤੇ ਉਹਨਾਂ ਨੇ ਇਹੀ ਦਲੀਲ ਦਿੱਤੀ ਹੈ ਕਿ ਅਸੀਂ ਸ਼ੁਰੂ ਤੋਂ ਹੀ ਇਸ ਦਾ ਕਿਤੇ ਨਾ ਕਿਤੇ ਵਿਚਾਰ ਵਟਾਂਦਰਾ ਕਰ ਰਹੇ ਸੀ ਕਿ ਇਸ ਦੇ ਵਿੱਚ ਕਿਸਾਨਾਂ ਦੇ ਪੱਖ ਦੀ ਗੱਲ ਹੈ ਜਾਂ ਕਿਸਾਨਾਂ ਦੇ ਵਿਰੋਧ ਦੀ ਗੱਲ ਹੈ, ਕਿਉਂਕਿ ਖੁੱਲੀ ਮੰਡੀ ਹੋਣ ਦੇ ਨਾਲ ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਕਾਰਪੋਰੇਟ ਸੈਕਟਰ ਦੇ ਅੰਦਰ ਹੈ ਜਿਹੜਾ ਬਹੁਤ ਵੱਡਾ ਦਾਇਰਾ ਹੈ ਖੇਤੀਬਾੜੀ ਦਾ ਉਹ ਆ ਜਾਵੇਗਾ, ਜਿਸ ਦੇ ਕਰਕੇ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਨੂੰ ਲੈ ਕੇ ਬਹੁਤ ਸਾਰੇ ਵੱਡੇ ਸਵਾਲ ਹੋਏ, ਮਾਹਿਰਾਂ ਦੇ ਵੱਲੋਂ ਵੀ ਚਰਚਾ ਕੀਤੀ ਗਈ। ਅਸੀਂ ਵੀ ਖੇਤੀਬਾੜੀ ਚੈਨਲ ਦੇ ਜ਼ਰੀਏ ਕੋਸ਼ਿਸ਼ ਕੀਤੀ ਕਿ ਉਸ ਦੇ ਉੱਤੇ ਚਰਚਾ ਕੀਤੀ ਜਾਵੇ ਕਿ ਆਖਰਕਾਰ ਸਹੀ ਕੀ ਹੈ ਤੇ ਗਲਤ ਕੀ ਹੈ। ਫਿਲਹਾਲ ਇਸ ਜਾਣਕਾਰੀ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।